ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਂਧ ਸਾਹ ਜਿਸ ਬਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਸਤਿਨਾਮ ਸ੍ਰੀ ਜੋ ਮੰਗੋ ਕੀ ਹਮ ਨਿਤ ਜੀਓ ਪਨੀਆ ਨਿਕਾ ਅਨਾ ਸਤ ਸੀਕਾ ਗੋਲ ਇਕ ਤੁਰੀ ਅੰਗੇਰੀ ਕਾਈ ਗਿਆਨ ਚੀ ਜਨ ਧੰਨਾ ਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗ ਜੁਗ ਅਟਲ ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਈ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਸਾਧ ਸੰਗਤ ਜੀਓ, ਜਦ ਭਗਤ ਧੰਨਾ ਜੀ ਨੂੰ ਅੰਤਰਜਾਮੀ ਵਾਹਿਗੁਰੂ ਨੇ ਦਰਸ਼ਨ ਦਿੱਤੇ
ਤਾਂ ਪਰਮੇਸ਼ਰ ਜੀ ਧੰਨੇ ਨੂੰ ਕਹਿਣ ਲੱਗੇ ਕਿ ਧੰਨਿਆ, ਜੋ ਕੁਝ ਮੰਗਣਾ ਹੈ ਸਾਥੋਂ ਮੰਗ ਲੈ। ਤਾਂ ਭਗਤ ਧੰਨਾ ਜੀ ਕਹਿਣ ਲੱਗੇ ਕਿ ਹੇ ਪਰਮੇਸ਼ਰ ਵਾਹਿਗੁਰੂ ਜੀ, ਮੈਂ ਆਪ ਜੀ ਤੋਂ ਭਲਾ ਕੀ ਮੰਗਣਾ ਹੈ, ਕਿਉਂਕਿ ਤੁਹਾਡੇ ਦਰਸ਼ਨਾਂ ਦੇ ਵਿੱਚ ਹੀ ਸਭ ਕੁਝ ਹੈ। ਪਰੰਤੂ ਫਿਰ ਵੀ ਜੇ ਪਰਮੇਸ਼ਰ ਜੀ ਮੈਨੂੰ ਲੋੜ ਪਈ ਤਾਂ ਮੈਂ ਤੁਹਾਡੇ ਕੋਲੋਂ ਹੀ ਮੰਗਾਂਗਾ, ਕਿਉਂਕਿ ਆਪਣੇ ਪਿਓ ਦੇ ਕੋਲੋਂ ਮੰਗਣ ਦਾ ਕੋਈ ਉਲਾਮਾ, ਕੋਈ ਹਰਜ ਨਹੀਂ ਹੁੰਦਾ। ਪਰ ਜੇ ਗੁਆਂਢੀਆਂ ਕੋਲੋਂ ਜਾਂ ਕਿਸੇ ਹੋਰ ਕੋਲੋਂ ਮੰਗੀਏ ਤਾਂ ਚੰਗਾ ਨਹੀਂ ਲੱਗਦਾ। ਤੁਹਾਥੋਂ ਹੀ ਮੰਗਾਂਗੇ। ਤਾਂ ਅੰਤਰਜਾਮੀ ਵਾਹਿਗੁਰੂ ਜੀ ਕਹਿਣ ਲੱਗੇ ਕਿ ਹੋਰਨਾਂ ਭਗਤਾਂ ਦੀ ਤਰ੍ਹਾਂ ਤੂੰ ਵੀ ਸਾਡੀ ਆਰਤੀ ਕਰ ਬਈ। ਤਾਂ ਧੰਨਾ ਜੱਟ ਆਪਣੇ ਭੋਲੇ ਸੁਭਾਅ ਦੇ ਅਨੁਸਾਰ ਕਹਿਣ ਲੱਗਾ ਕਿ ਹੇ ਪਰਮੇਸ਼ਰ ਜੀ, ਇੰਨੇ ਭਗਤਾਂ ਪਾਸੋਂ ਆਰਤੀ ਕਰਵਾ ਕੇ ਜੇ ਆਪ ਜੀ ਪ੍ਰਸੰਨ ਨਹੀਂ ਹੋਏ ਹੋ ਤਾਂ ਮੈਂ ਫਿਰ ਆਰਤੀ ਨਹੀਂ ਉਚਾਰਾਂਗਾ। ਮੈਂ ਹੁੰਦਾ ਵੀ ਜੱਟ ਹਾਂ। ਜੱਟਾਂ ਦਾ ਇਸਤਰੀ ਲਿੰਗ ਨਹੀਂ ਪੁਲਿੰਗ ਹੁੰਦਾ ਹੈ। ਇਸ ਲਈ ਆਰਤੀ ਜਿਹੜਾ ਵਰਡ ਹੈ, ਆਰਤੀ ਅੱਖਰ ਹੈ, ਉਹ ਇਸਤਰੀ ਲਿੰਗ ਹੈ। ਮੈਂ ਪੁਲਿੰਗ ਵਰਡ ਆਰਤਾ ਵਰਤਾਂਗਾ। ਮੈਂ ਤੁਹਾਡਾ ਆਰਤਾ ਕਰਾਂਗਾ। ਤਾਂ ਇਹ ਸੁਣ ਕੇ ਅੰਤਰਜਾਮੀ ਜੀ ਕਹਿਣ ਲੱਗੇ ਕਿ ਚੰਗਾ, ਫਿਰ ਆਰਤਾ ਹੀ ਕਰ, ਪਰ ਕਰ ਤਾਂ ਸਹੀ। ਤਾਂ ਭਗਤ ਧੰਨਾ ਜੀ ਨੇ ਆਸਾ ਰਾਗ ਦੀ ਭਗਤ ਬਾਣੀ ਦੇ ਵਿੱਚ ਬਚਨ ਮਿਲੇ ਪ੍ਰਤੱਖ ਗੋਸਾਈਆਂ, ਧੰਨਾ ਵਡ ਭਾਗਾ। ਵੱਡੇ ਭਾਗਾਂ ਵਾਲਾ ਭਗਤ ਧੰਨਾ ਜੀ, ਜਿਨ੍ਹਾਂ ਨੂੰ ਜਿਵੇਂ ਬੰਦੇ ਨਾਲ ਬੰਦਾ ਮਿਲਦਾ, ਇਉਂ ਪ੍ਰਤੱਖ ਵਾਹਿਗੁਰੂ ਅੰਤਰਜਾਮੀ ਪਾਤਸ਼ਾਹ ਨੇ ਦਰਸ਼ਨ ਦਿੱਤੇ। ਤੋ ਵਾਹਿਗੁਰੂ ਜੀ ਨੂੰ ਸਾਹਮਣੇ ਦਰਸ਼ਨ ਕਰਦਿਆਂ ਹੋਇਆ, ਜਿਵੇਂ ਭਗਤ ਨਾਮਦੇਵ ਜੀ ਦਾ ਬਚਨ ਹੈ, ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ। ਹੇ ਵਾਹਿਗੁਰੂ, ਜਿੰਨਾ ਚਿਰ ਆਪ ਜੀ ਨੂੰ ਦੇਖਿਆ ਹੀ ਨਹੀਂ, ਮੈਂ ਗਾਵਾਂਗਾ ਕਿ ਵੇਖਾਂਗਾ ਤਾਂ ਹੀ ਗਾਵਾਂਗਾ ਕਿ ਆਪ ਜੀ ਕਿੰਝ ਦੇ ਹੋ। ਸੋ ਇਸ ਵਾਸਤੇ ਆਪ ਜੀ ਦੇ ਦਰਸ਼ਨ ਹੋਣਗੇ ਤਾਂ ਮੈਂ ਆਪ ਦੇ ਗੁਣ ਗਾਵਾਂਗਾ। ਇੱਕ ਦਰਸ਼ਨਾਂ ਵਾਸਤੇ ਭਗਤੀ ਕਰੀਦੀ ਹੈ, ਦਰਸ਼ਨਾਂ ਲਈ ਗੁਣ ਗਾਈਦੇ ਨੇ। ਪਰ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ ਮਰਯਾਦਾ ਹੈ ਕਿ ਵਾਹਿਗੁਰੂ ਨੂੰ ਪਾ ਕੇ ਵੀ ਉਹਦੇ ਗੁਣ ਗਾਈਦੇ ਹਨ। ਜਿਵੇਂ ਖੁਦ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਲੋਧੀ ਸਾਹਿਬ ਦੇ ਵਿੱਚ ਗੁਰਦੁਆਰਾ ਹੱਟ ਸਾਹਿਬ ਵਿਖੇ ਕਾਰ ਸੇਵਾ ਕਰਦਿਆਂ ਹੋਇਆਂ ਤਿੰਨ ਦਿਨ ਵੇਈਂ ਦੇ ਵਿੱਚ ਪ੍ਰਵੇਸ਼ ਹੋਏ। ਹਿਸਾਬ ਕਿਤਾਬ ਦੇ ਵਿੱਚ ਜਦ ਉਹਨੇ ਸ਼ੰਕਾ ਕੀਤਾ, ਦੌਲਤ ਖਾਂ ਨੇ, ਗੁਰੂ ਮਹਾਰਾਜ ਜਿਸ ਵਕਤ ਵੇਈਂ ਦੇ ਵਿੱਚ ਪ੍ਰਵੇਸ਼ ਹੋਏ, ਹਰ ਰੋਜ਼ ਇਸ਼ਨਾਨ ਕਰਨ ਜਾਂਦੇ ਸਨ। 3 ਦਿਨ ਅਲੋਪ ਰਹਿਣ ਤੋਂ ਬਾਅਦ ਫਿਰ ਮਹਾਰਾਜ ਨੇ ਸੰਸਾਰ ਨੂੰ ਤਾਰਨ ਦਾ ਬੀੜਾ ਉਠਾਇਆ। ਘਰ-ਬਾਰ ਹੱਟ ਸਾਹਿਬ ਦੀ ਕਾਰ ਸੇਵਾ ਤਿਆਗ ਕੇ 13 ਤੋਲ ਕੇ ਸਭ ਲੁਟਾ ਦਿੱਤਾ। 760 ਰੁਪਈਏ ਫਿਰ ਵੀ ਵਾਧੇ ਦੇ ਨਿਕਲੇ।
ਸ਼ਮਸ਼ਾਨ ਭੂਮੀ ਜਾ ਕੇ ਆਸਣ ਲਾ ਲਿਆ। ਇੰਜ ਮਹਾਰਾਜ ਇਕਾਂਤਵਾਸ ਹੋ ਗਏ। ਫਿਰ ਮਰਦਾਨਾ ਜੀ ਨੂੰ ਲੈ ਕੇ ਧਰਮ ਪ੍ਰਚਾਰ ਦੇ ਦੌਰੇ 'ਤੇ ਨਿਕਲੇ। ਇਹ ਸਭ ਕੁਛ ਪ੍ਰਚਾਰ ਦਾ ਦੌਰਾ ਉਦਾਸੀਆਂ ਉਦੋਂ ਪ੍ਰਾਰੰਭ ਕੀਤੀਆਂ ਜਦ ਵਾਹਿਗੁਰੂ ਜੀ ਦੇ ਦਰਸ਼ਨ ਕਰ ਲਏ, ਮਹਾਰਾਜ ਨੂੰ ਪਾ ਲਿਆ। ਫਿਰ ਬਾਪ ਦੇ ਨਾਲ ਕੀਰਤਨ ਵੀ ਆਰੰਭ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਪਹਿਲੋਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਕਰ ਖਾਲ ਕਮਾਈ। ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਦਾ ਦਰ ਪਹਿਲੋਂ ਪਾ ਲਿਆ, ਦਰਸ਼ਨ ਪਹਿਲਾਂ ਕਰ ਲਏ। ਅਕਾਲ ਪੁਰਖ ਪਰਮਾਤਮਾ ਨੂੰ ਬੇਨਤੀ ਕੀਤੀ ਕਿ ਆਪ ਮੈਨੂੰ ਉਪਦੇਸ਼ ਬਖਸ਼ੋ। ਤਾਂ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਮਹਾਮੰਤਰ ਉਪਦੇਸ਼ ਬਖਸ਼ਿਆ। ਫਿਰ ਆਖਿਆ, ਹੇ ਗੁਰੂ ਨਾਨਕ ਸਾਡੀ ਉਸਤਤੀ ਕਰੋ। ਬਾਬੇ ਨਾਨਕ ਨੇ ਜਾਪ ਉਚਾਰਿਆ, ਕੀਤੀ ਛੁੱਟੀ ਨਾਲ ਕਹਿ ਕੇ ਪ੍ਰਭੂ ਦੇ ਗੁਣ ਗਾਉਂਦਿਆਂ ਸ੍ਰੀ ਜਪਜੀ ਸਾਹਿਬ ਦੀ ਸਮਾਪਤੀ ਕੀਤੀ। ਪਹਿਲੀ ਵਾਰ ਤੁਰ ਦਰਗਾਹ ਸੱਚਖੰਡ ਵਿਖੇ ਵਾਹਿਗੁਰੂ ਦੀ ਉਸਤਤੀ ਹਿਤ ਸ੍ਰੀ ਜਪਜੀ ਸਾਹਿਬ ਉਚਾਰਨ ਹੋਇਆ ਹੈ। ਸੰਪਰਦਾਈ ਮਹਾਂਪੁਰਖੇ ਮੰਨਦੇ ਨੇ। ਔਰ ਦੂਸਰੀ ਵਾਰ ਸਮੇਰ ਪਰਬਤ ਦੇ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਉਚਾਰਿਆ। ਤੀਸਰੀ ਵਾਰ ਪਾਵਨ ਸ੍ਰੀ ਲਹਿਣਾ ਜੀ ਦੇ ਮਾਲਾ ਮੰਤਰ ਪੁੱਛਣ ਤੋਂ ਇਹ ਜਪਜੀ ਸਾਹਿਬ ਉਚਾਰਿਆ। ਇਉਂ 3 ਵਾਰ ਸ੍ਰੀ ਜਪਜੀ ਸਾਹਿਬ ਉਚਾਰਨ ਹੋਇਆ ਹੈ। ਪਹਿਲੋਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਕਰ ਖਾਲ ਕਮਾਈ। 4 ਉਦਾਸੀਆਂ ਤੋਂ ਉਪਰੰਤ ਕਰਤਾਰਪੁਰ ਸਾਹਿਬ ਨਗਰ ਵਸਾ ਕੇ ਉੱਥੇ ਖੇਤੀ ਕਰਵਾਈ, ਲੰਗਰ ਚਲਾਇਆ। ਕਰਤਾਰ ਦੇ ਨਾਮ ਦੇ ਉੱਥੇ ਧਰਮਸ਼ਾਲਾ ਬਣਾ ਕੇ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਔਰ ਆਪ ਜਪ ਤਪ ਵੀ ਪ੍ਰਾਰੰਭ ਕੀਤਾ। ਵਿਸ਼ੇਸ਼ ਤੌਰ 'ਤੇ ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਇੱਕ ਰੋੜਾਂ ਦਾ ਚੌਂਤਰਾ ਜਿਹਾ ਬਣਾ ਲਿਆ, ਹੱਦਬੰਦੀ ਕਰ ਲਈ ਤੇ ਕੁਝ ਤੁਰਨ ਫਿਰਨ ਵਾਸਤੇ ਉਹ ਵੀ ਰੋੜ ਵਿਛਾ ਲਏ। ਕਦੀ ਚੌਂਕੜਾ ਮਾਰ ਕੇ ਰੋੜਾਂ 'ਤੇ ਬੈਠਦੇ, ਕਦੀ ਇੱਧਰ ਉੱਧਰ ਤੁਰਦੇ ਫਿਰਦੇ ਰਹਿੰਦੇ। ਤੇ ਜਿਸ ਵਕਤ ਜਠਰਾਗਣੀ ਪ੍ਰਬਲ ਹੁੰਦੀ, ਵੈਸੇ ਤਾਂ ਭੁੱਖ ਲੱਗਦੀ ਨਹੀਂ ਸੀ, ਰੇਤ ਦਾ ਫੱਕਾ ਮਾਰਦੇ, ਜ਼ਹਿਰੀਲੇ ਅੱਕ ਨੂੰ ਚੱਕ ਵੱਢਦੇ। ਇੰਜ ਮਹਾਰਾਜ ਜੀ ਨੇ ਕਮਾਈ ਕੀਤੀ। ਤੋ ਜਿੰਨੇ ਵੀ ਸੰਤਾਂ ਭਗਤਾਂ ਗੁਰੂਆਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ, ਸਭਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਹੋਏ ਹਨ। ਹਰ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਵਾਹਿਗੁਰੂ ਦੇ ਗੁਣ ਗੁਰਬਾਣੀ ਦੇ ਵਿੱਚ ਗਾਇਨ ਕੀਤੇ ਨੇ। ਜਿਵੇਂ ਉਹਨਾਂ ਨੂੰ ਬਖਸ਼ਿਸ਼ ਹੋਈ, ਬਖਸ਼ਿਸ਼ ਦਾ ਦਰ ਪਾ ਕੇ ਵਾਹਿਗੁਰੂ ਦੇ ਦਰਸ਼ਨ ਕਰਦਿਆਂ ਹੋਇਆਂ ਪ੍ਰਤੱਖ ਜਾਣ ਕੇ ਬਾਣੀ ਉਚਾਰਨ ਹੋਈ ਹੈ। ਜਦ ਵੀ ਗੁਰੂ ਸਾਹਿਬ ਬਾਣੀ ਉਚਾਰਦੇ, ਇਹੀ ਮਹਾਰਾਜ ਦੀ ਵਾਡੰਗ ਹੁੰਦੀ, ਮਰਦਾਨੀਆਂ ਰਬਾਬ ਜਾਂ ਬਾਣੀ ਆਈ ਹੈ। ਜਿਵੇਂ ਸ੍ਰੀ ਰਾਗ ਦੀ ਆਰੰਭਤਾ ਦੇ ਵਿੱਚ ਵੀ ਮਹਾਰਾਜ ਜੀ ਨੇ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਪੂਲਾ ਵਿਸਰੈ, ਤੇਰਾ ਚੇਤਨ ਆਵੇ ਨਾਉ। ਜਿਵੇਂ ਸਾਹਮਣੇ ਬਹਿ ਕੇ ਬੇਨਤੀ ਕਰਦੇ ਹੁੰਦੇ ਨੇ, ਉਪਦੇਸ਼ ਕਲਯੁਗ ਨੂੰ ਦੇ ਰਹੇ ਨੇ,
पर कह रहे ने तेरा चेतन आवे ना हो, एकदम सुरती उल्टा के रब वाल लाउंदे ते अरदास करदे महाराज वाहिगुरू एक कलयुग तो बचा। जे मैं दियां भेटां लै लवीआं ਇਹਦੀ ਬੇਨਤੀ ਸਵੀਕਾਰ ਕਰ ਲਈ, ਮਤੰਗ ਦੇ ਤੇਰਾ ਨਾਂ ਹੀ ਨਾ ਮੈਨੂੰ ਚੇਤੇ ਆਵੇ। ਸੋ ਦਾ ਕੀਹਾ ਸੋ ਕਰ ਕੀਹਾ ਜਿਤ ਵੈ ਸਰਬ ਸੰਭਾਲੇ, ਇਹਦੇ ਵਿੱਚ ਵੀ ਵਾਹਿਗੁਰੂ ਜੀ ਦੀ ਉਸਤਤੀ ਹੈ। ਸੋ ਇੰਜ ਜਬ ਦੇਖਾਂ ਦਬ ਗਾਵਾਂ ਤਉ ਜਨ ਧੀਰਜ ਪਾਵਾਂ, ਨਾਦ ਸਮਾਏ ਲੋਰੇ ਦੇਵਾ ਨਾਦ ਸਮਾਏ ਲੋਰੇ, सतगुर भेट ले देवा रहाओ। जय चिलमिल कारज संत तय अनहद शब्द बजंता, ज्योति ज्योत समानी मैं गुर प्रसादी जानी, रतन कमल कोठरी चमकार भी जुलतही, नीर नाही दूर निज आत्म रहया भरपूर। ਇਉਂ ਭਗਤਾਂ ਦਾ ਬਚਨ ਹੈ ਕਿ ਵਾਹਿਗੁਰੂ ਨੇੜੇ ਹੈ, ਸਦ ਹਜ਼ੂਰ ਹਾਜ਼ਰ ਹੈ, ਨਾਜ਼ਰ ਕਤੇ ਨ ਭਇਓ ਦੁਰਾਈ। ਭਗਤ ਰਵਿਦਾਸ ਜੀ ਦੀ ਬਾਣੀ ਦੀ ਕਥਾ ਵੀ ਆਪਨੇ ਸੁਣੀ ਹੈ। ਸਮੂਹ ਸੰਤ ਭਗਤ ਪ੍ਰਭੂ ਦੇ ਦਰਸ਼ਨ ਕਰਦਿਆਂ ਉਹਦੀ ਹਾਜ਼ਰੀ ਉਹਦੇ ਚਰਨਾਂ ਵਿੱਚ ਅਰਦਾਸ ਰੂਪ ਦੇ ਵਿੱਚ ਬਾਣੀ ਉਚਾਰਦੇ, ਉਹਦੇ ਗੁਣ ਗਾਇਨ ਕਰਦੇ। ਬਾਣੀ ਉਚਾਰਨ ਦਾ ਇਹ ਰੀਜ਼ਨ ਕੋਈ ਕਾਰਨ ਬਣਿਆ ਹੈ। ਇੰਜ ਹਮੇਸ਼ਾ ਨਿਮਰਤਾ ਸਹਿਤ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ। ਭਗਤ ਧੰਨਾ ਜੀ ਵੀ ਧੰਨੇ ਸੇਵਿਆ ਬਾਲ ਬੁੱਧ, ਬਾਲਕਾਂ ਵਾਲੀ ਬੁੱਧੀ ਮੁਤਾਬਕ, ਨਿਰਮਲ ਬੁੱਧੀ ਦੇ ਮੁਤਾਬਕ, ਸੁਧੇ ਸੁਭਾਵ ਦੇ ਨਾਲ ਉਹਨਾਂ ਨੇ ਵਾਹਿਗੁਰੂ ਦਾ ਸੇਵਨ ਕੀਤਾ। ਇਹ ਬਿਧ ਸੁਣ ਕੇ ਜੱਟ ਰੋ ਉਠ ਭਗਤੀ ਲੱਗਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫਰਮਾਨ ਹੈ, ਮਹੱਲਾ ਪੰਜਵਾ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। गोविंद 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 संग, नाम दियो मन लीना। भगत नामदेव जी का गोबिंद वाहिगुरू अकाल पुरख के नाल इन्ना मन लीन होया कि भगत माल ग्रंथ दे विच लिखिया होया है कि भगत नामदेव जी नूं प्रतख रूप दे विच 72 वार दर्शन होए। 72 वार। पर गुरबाणी का यह फैसला है बसंत राग की अष्टपदी में जिथे पंजवें पातशाह जी ने संतां भगतां के नाम लेवे लए ने, उहदे विच महाराज उचारदे ने कि नामदेव हर जीओ बसै संग। भगत नामदेव के नाल ही रब रहिंदा सीगा। तो इंज भगत कबीर जी, भगत नामदेव जी ते भगत सैन जी जिहड़े उत्तियां बुत्तियां करन वाले सन। सैन नाई बुतकारियां वो घट घट सुनिया, हिरदय वसिया पार ब्रह्म भगता मैं गणिया। ये बिद सुन के जट रो उठ भगती लागा। इन्हां भगतां दी विधि भगती वाली सुन के कि रविदास ध्याए प्रभ अनोप, कि रविदास जी ने महाराज नूं बालिया, कबीर जी ने बालिया, नामदेव ने दर्शन किए। ये भगती वाली विधि सुन के भगत धन्ना जी भी भगती करने में इन्ने मगन होए कि उन्होंने भगती करदियां करदियां रब जी के दर्शन होए। खूह ते कारोबार करदियां होइयां भी वो बंदगी दे विच जुड़े रहिंदे। खूह ते ही वेखो प्रभु परमात्मा के दर्शन उन्होंने पा लए, क्योंकि उन्होंने मन बिल्कुल साफ सीगा। बाणी का यह फैसला है कि बिन गुण कीते भगत ना होए। बिना गुणों तो भगती नहीं हुंदी।
ਤੇ ਜੇ ਬੰਦਾ ਕਰਦਾ ਵੀ ਰਵੇ ਤੇ ਗੁਣਾਂ ਤੋਂ ਬਗੈਰ ਉਹ ਫਲੀਭੂਤ ਨਹੀਂ ਹੁੰਦੀ। ਇਸ ਲਈ ਗੁਣ ਹੋਣੇ ਲਾਜ਼ਮੀ ਹਨ। ਭਗਤੀ ਭਾਵੇਂ ਥੋੜੀ ਕਰੇ ਪਰ ਬੋਲੇ ਸੱਚ। ਸਤ ਸੰਤੋਖ, ਸੰਤੋਖੀ ਹੋਵੇ, ਧੀਰਜ ਰੱਖੇ, ਹਰ ਮਨ ਵਿੱਚ ਉਹਦੇ ਦਇਆ ਤੇ ਪਰਉਪਕਾਰ ਹੋਵੇ, ਤੇ ਧਰਮ ਦੇ ਵਿੱਚ ਪਰਪੱਕ ਹੋਵੇ। ਧਰਮ ਕੀ ਹੈ? ਗੁਰੂ ਦੀ ਸਿੱਖਿਆ ਦੇ ਉੱਪਰ ਚੱਲਣਾ ਤੇ ਗੁਰਮਤਿ ਵਿਚਾਰਧਾਰਾ ਮੁਤਾਬਕ ਆਪਣੇ ਮਨ ਦੀ ਅਵਸਥਾ ਨੂੰ ਰੱਖੇ। ਜਦ ਇੰਜ ਗੁਣ ਧਾਰਨ ਕਰਦਾ, ਭਾਵੇਂ ਥੋੜ੍ਹੀ ਹੀ ਭਗਤੀ ਕਰੇਗਾ, ਨਾਮ ਜਪੇਗਾ, ਪਰ ਹੋਵੇ ਸ਼ਰਧਾ ਤੇ ਪਿਆਰ, ਫਲ ਆਉਣਾ ਹੈ ਪਰਮਾਤਮਾ ਨੇ। ਤੋ ਮਹਾਰਾਜ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਇੱਕ ਤਿਲ ਮਾਤਰ ਵੀ ਮਾਰੇ ਕਿਸੇ ਦੀ ਘਾਲ ਕਮਾਈ ਵਿਅਰਥ ਨਹੀਂ ਗਵਾਉਂਦਾ। ਭਗਤ ਧੰਨਾ ਜੀ ਨੂੰ ਦਰਸ਼ਨ ਹੋਏ, ਉਹਨਾਂ ਦੇ ਚਰਨਾਂ ਪਿੱਛੇ ਜਿਹੜਾ ਉਹਨਾਂ ਦਾ ਗੁਰੂ ਝੂਠਾ ਪਖੰਡੀ ਤਲੋਚਨ ਬ੍ਰਾਹਮਣ ਸੀਗਾ, ਉਹਨੂੰ ਵੀ ਮਹਾਰਾਜ ਨੇ ਨਾ ਚਾਹੁੰਦਿਆਂ ਹੋਇਆਂ ਵੀ ਦਰਸ਼ਨ ਬਖਸ਼ੇ। ਐਸਾ ਦੀਨ ਦਿਆਲ ਪਤਿਤ ਪਾਵਨ ਵਾਹਿਗੁਰੂ ਹੈ, ਉਹਦਾ ਆਰਤਾ ਵਿਚਾਰ ਰਹੇ ਨੇ। ਭਗਤ ਧੰਨਾ ਜੀ ਪਿਆਰ ਦੇ ਨਾਲ ਅਰਥ ਸਰਵਣ ਕਰੋ ਜੀ। ਇੱਕ ਵਾਰ ਰਸਨਾ ਦੀ ਪਵਿੱਤਰਤਾ ਲਈ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਨਾਮ ਹੈ ਪ੍ਰਿਥਵੀ ਦਾ, ਪਾਲ ਨਾਮ ਹੈ ਪਾਲਣਾ ਕਰਨ ਵਾਲੇ ਦਾ। ਜੋ ਪ੍ਰਿਥਵੀ ਦੇ ਉੱਪਰ ਰਹਿਣ ਵਾਲੇ ਜੀਵਾਂ ਦੀ ਪਾਲਣਾ ਕਰਨ ਵਾਲਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਇਹ ਪ੍ਰਿਥਵੀ ਦੇ ਪਾਲਕ, ਯਾਨੀ ਪ੍ਰਿਥਵੀ ਉੱਪਰ ਰਹਿਣ ਵਾਲੇ ਜੀਵਾਂ ਦੇ ਪਾਲਕ ਪਰਮੇਸ਼ਰ ਜੀ। ਹੋਰਨਾਂ ਭਗਤਾਂ ਨੇ ਤੁਹਾਡੀ ਆਰਤੀ ਕੀਤੀ ਹੈ ਤੇ ਮੈਂ ਤੁਹਾਡਾ ਆਰਤਾ ਕਰਦਾ ਹਾਂ। ਤੂੰ ਸਰਬ ਜੀਆਂ ਪ੍ਰਤਪਾਲ ਹੀ, ਲਿਖੈ ਸਾਸ ਵਿਰਾਸ। ਸਵਾਸ ਲੈਂਦਿਆਂ ਹੋਇਆਂ ਤੇ ਗਰਾਸ ਨਾਮ ਹੈ ਮੂੰਹ ਦੇ ਵਿੱਚ ਗਰਾਈ ਪਾਉਂਦਿਆਂ ਹੋਇਆਂ, ਹੇ ਵਾਹਿਗੁਰੂ ਪਰਮੇਸ਼ਰ ਸਵਾਸ ਗਰਾਸ ਤੂੰ ਸਭਨਾਂ ਦੀ ਪ੍ਰਤਪਾਲਨਾ ਕਰਦਾ ਹੈ। ਇਸ ਲਈ ਤੇਰਾ ਨਾਮ ਗੋਪਾਲ ਹੈ। ਜੇ ਆਪਾਂ ਆਖੀਏ ਕਿ ਆਪਾਂ ਆਪਣੇ ਉਦਮ ਦੇ ਨਾਲ ਆਪਣਾ ਪੇਟ ਭਰਦੇ ਹਾਂ, ਕਈ ਕਹਿੰਦੇ ਕਿ ਬੰਦੇ ਨੂੰ ਬੁਰਕੀ ਤਾਂ ਤੋੜ ਕੇ ਮੂੰਹ 'ਚ ਪਾਉਣੀ ਪਊਗੀ। ਜੇ ਵਾਹਿਗੁਰੂ ਦੀ ਮਰਜ਼ੀ ਹੋਵੇ ਤੇ ਉਹ ਵੀ ਇੰਨੀ ਖੇਚਲ ਵੀ ਨਹੀਂ ਦਿੰਦਾ, ਉਹ ਵੀ ਆਪ ਹੀ ਪਾ ਦਿੰਦਾ ਹੈ। ਵੇਖੋ ਛੋਟਾ ਜਿਹਾ ਬੱਚਾ, ਮਾਂ ਦੀ ਗੱਲ ਤੁਸੀਂ ਛੱਡ ਦਿਓ, ਜਦ ਮਾਂ ਦਾ ਵਸ ਵੀ ਨਹੀਂ ਹੁੰਦਾ, 9 ਮਹੀਨੇ ਪ੍ਰਤਪਾਲ ਮਾਤਾ ਉਦਰ ਰੱਖੈ, ਲੱਗਣ ਦੇ ਤਨਾ ਸੇਕ, ਸੋਈ ਸੁਆਮੀ ਇਆਂ ਰੱਖੈ, ਬੁਝ ਬੁਧ ਵਿਵੇਕ, ਮੇਰੇ ਮਨ ਨਾਮ ਕੀ ਕਰ ਟੇਕ। ਉਦੋਂ ਮਾਂ ਦਾ ਵੀ ਕੋਈ ਵਸ ਨਹੀਂ ਹੁੰਦਾ। ਤੇ ਵੇਖੋ ਮੂੰਹ 'ਚ ਪਾਉਣ ਦੀ ਬਜਾਏ ਉਹ ਹੀ ਪਤਾ ਨਹੀਂ ਕਿੰਜ ਬੱਚੇ ਦੀ ਪਰਵਰਿਸ਼ ਕਰਦਾ। ਫਿਰ ਜਠਰਾਗਨੀ ਇੰਨੀ ਪ੍ਰਬਲ ਹੈ ਵੀ ਖਾਧੇ ਰੋੜ ਵੀ ਇਹ ਹਜਮ ਕਰ ਦੇਵੇ, ਪਰ ਫੁੱਲ ਨਾਲੋਂ ਕੋਮਲ ਸਰੀਰ ਨੂੰ ਉਹ ਜਠਰਾਗਨੀ ਪੋਹ ਨਹੀਂ ਸਕਦੀ। ਕਿ ਵਾਹਿਗੁਰੂ ਦੀ ਪਾਲਣਾ ਦੀ ਬਖਸ਼ਿਸ਼ ਹੀ ਹੈ। ਫਿਰ ਜਨਮ ਤੋਂ ਬਾਅਦ ਬਾਰ ਵਿਵਸਥਾ ਤੁਝੇ ਪਿਆਰਿਆ ਦੂਧ। ਪਤਾ ਹੈ ਕਿ ਮੂੰਹ 'ਚ ਬੁਰਕੀ ਪਾਈ ਵੀ ਤੇ ਇਹਦੇ ਕੋਲੋਂ ਖਾਧੀ ਨਹੀਂ ਜਾਣੀ, ਕਿਉਂਕਿ ਇਹਦੇ ਮੂੰਹ 'ਚ ਦੰਦ ਨਹੀਂ ਹਨ। ਦੁੱਧ ਬਖਸ਼ਿਸ਼ ਕਰਦਾ ਹੈ, ਪਤਾ ਵੀ ਇਹਦੇ ਦੰਦ ਨਹੀਂ, ਤੇ ਦੁੱਧ ਵੀ ਕਿਹੜਾ? ਤਾਕਤ ਵਾਲਾ। ਸੋ ਮਾਤਾ ਦਾ ਕਹਿੰਦੇ ਬਾਰ ਵਿਵਸਥਾ ਤੁਝੇ ਪਿਆਰਾ ਦੂਧ, ਭਰ ਜੋਬਨ। ਜਦ ਜਵਾਨੀ ਆਈ ਪਤਾ ਕਿਹੜੀ ਕਿਹੜੀ ਚੀਜ਼ ਦੀ ਇਹਨੂੰ ਲੋੜ ਹੈ। ਸਾਡੇ ਮਾਂ ਪਿਓ ਸਭ ਕੁਝ ਜਾਣਦੇ ਨੇ। ਉਹਨਾਂ ਨੇ ਬੱਚਿਆਂ ਦੇ ਜਵਾਨ ਹੋਣ ਤੋਂ ਪਹਿਲਾਂ ਹੀ ਪਲਾਟ ਪਲੂਟ ਲਏ ਹੁੰਦੇ, ਘਰ-ਬਾਰ ਬਣਾਏ ਹੁੰਦੇ ਨੇ, ਮਨ ਵਿੱਚ ਹਿੱਸੇ ਸੋਚੇ ਹੁੰਦੇ ਨੇ ਵੀ ਇੰਨੇ ਬੱਚੇ ਨੇ, ਇੰਨਾ ਕੁਛ ਇਹਨਾਂ ਨੂੰ ਦਿਆਂਗੇ।
ਐਫੜੀਆਂ ਕਰਾਈਆਂ ਹੁੰਦੀਆਂ ਨੇ, ਗਹਿਣੇ ਬਣਾਏ ਹੁੰਦੇ ਨੇ, ਥਾਂ ਥਾਈਂ ਸਾਰਿਆਂ ਦੀ ਵੰਡ ਪਹਿਲਾਂ ਹੀ ਉਹਨਾਂ ਨੇ ਸਾਂਭੀ ਹੁੰਦੀ ਹੈ। ਜਿਵੇਂ ਜਿਵੇਂ ਬੱਚੇ ਨੂੰ ਲੋੜ ਮਹਿਸੂਸ ਹੁੰਦੀ ਹੈ, ਮਾਂ ਪਿਓ ਬੁੱਕਲ 'ਚੋਂ ਕੱਢ ਦੇਈ ਜਾਂਦੇ ਨੇ। ਐਨ ਬਿਲਕੁਲ ਇਸੇ ਤਰ੍ਹਾਂ ਹੀ ਭਗਤਾਂ ਦੀ ਸਦਾ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰ ਨਾਕ ਸਮਾਰ ਪਹੁੰਚਾਇਆ। ਸੋ ਆਪਣੇ ਸੇਵਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕੀ, ਤਾਹਾਂ ਤਾਹਾਂ ਉਠਤਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਰੱਖਿਆ ਵੀ ਕਰਦਾ, ਮਦਦ ਵੀ ਕਰਦਾ, ਸਮੇਂ ਸਮੇਂ ਅਨੁਸਾਰ ਖਾਣ ਪੀਣ ਨੂੰ ਤਾਂ ਦਿੰਦਾ ਹੀ ਹੈ। ਜਿਹੜੀ ਜਿਹੜੀ ਵਸਤੂ ਦੀ ਜ਼ਰੂਰਤ ਹੁੰਦੀ ਹੈ। ਰਾਜ ਭਾਗ ਤੱਕ ਪ੍ਰਹਿਲਾਦ ਤੇ ਧਰੂ ਵਰਗਿਆਂ ਨੂੰ ਬਖਸ਼ਿਆ। ਇਉਂ ਭਰ ਜੋਬਨ ਭੋਜਨ ਸੁਖ ਸੂਦ। ਭਰ ਜਵਾਨੀ ਵਿੱਚ 36 ਪ੍ਰਕਾਰ ਦੇ ਭੋਜਨ, ਸੁਖ ਸਹੂਲਤਾਂ, ਸਾਕ ਸੰਬੰਧੀ, ਮਿੱਤਰ ਦੋਸਤ ਰਿਸ਼ਤੇਦਾਰ। ਆ ਵੇਖੋ ਥੋੜ੍ਹੇ ਕੁ ਦਿਨ ਸਾਨੂੰ ਅੰਦਰ ਰਹਿਣਾ ਪਿਆ, ਸਾਡਾ ਮਨ ਕਿੰਨਾ ਕਾਲਾ ਪੈਣ ਲੱਗ ਪਿਆ। ਇਹ ਦੁਨੀਆ ਦਾ ਰਾਗ ਰੰਗ, ਮੇਲ ਮਿਲਾਪ, ਕਾਰੋਬਾਰ, ਇਹ ਸਭ ਮਹਾਰਾਜ ਨੇ ਸਾਡਾ ਦਿਲ ਲਾਉਣ ਵਾਸਤੇ ਬਖਸ਼ਿਸ਼ ਕੀਤੇ ਨੇ। ਇਸ ਲਈ ਉਸ ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ। ਗੁਰਮੁਖਾ ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਸੁਖ ਸਹੂਲਤਾਂ ਵਾਸਤੇ ਇਸਤਰੀ, ਬੱਚੇ, ਸਾਰਾ ਪਰਿਵਾਰ ਇਹ ਮਹਾਰਾਜ ਨੇ ਸਾਡੇ ਨਿਕਟ ਬਣਾ ਦਿੱਤਾ, ਜਿਹਦੇ ਨਾਲ ਸਾਡਾ ਮਨ ਲੱਗਾ ਰਹੇ ਔਰ ਸਾਨੂੰ ਹਮੇਸ਼ਾ ਹੀ ਸੁਖ ਸ਼ਾਂਤੀ ਬਣੀ ਰਹੇ। ਤੇ ਨਾਲ ਵੇਖੋ ਕਿਆ ਸੋਹਣੇ ਗੁਰੂ ਘਰ ਬਣਾਏ ਨੇ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਤੀ ਧਰਮ ਦੀ ਜਗ੍ਹਾ, ਧਰਮ ਕਮਾਉਣ ਲਈ ਮਹਾਰਾਜ ਨੇ ਬਖਸ਼ਿਸ਼ ਕੀਤੀ। ਗੁਰਦੁਆਰੇ, ਮੰਦਰ, ਮਸੀਤਾਂ ਆਪ ਆਪਣੇ ਧਰਮ ਮੁਤਾਬਕ ਉਸ ਅੱਲਾਹ ਤਾਲਾ, ਉਸ ਵਾਹਿਗੁਰੂ, ਉਸ ਰਾਮ ਰਹੀਮ ਨੂੰ ਯਾਦ ਕਰੋ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖਸੈਨ। ਮੁਖ ਅਪਿਆਉ ਬੈਠ ਕੋ ਦੈਨ। ਜਦ ਬਜ਼ੁਰਗ ਹੋ ਗਿਆ ਤਾਂ ਸਾਖ ਸੰਬੰਧੀ ਸੇਵਾ ਲਈ ਖੜੇ ਕਰ ਦਿੱਤੇ, ਜੋ ਮੂੰਹ ਦੇ ਵਿੱਚ ਬੈਠੇ ਬਿਠਾਏ ਤੋਂ ਭੋਜਨ ਪਾਉਂਦੇ ਨੇ। ਬੱਚੇ ਦੇ ਮੂੰਹ 'ਚ ਬੁਰਕੀਆਂ ਮਾਂ ਨਹੀਂ ਪਾਉਂਦੀ, ਐਵੇਂ ਕਿਤੇ ਭੁੱਲੇ ਰਿਓ। ਮਾਂ ਤੋਂ ਬਗੈਰ ਵੀ ਬੱਚੇ ਪਲ ਸਕਦੇ ਨੇ। ਕਈਆਂ ਦੀਆਂ ਮਾਵਾਂ ਮਰ ਜਾਂਦੀਆਂ, ਕਈ ਜਿਉਂਦੀਆਂ ਹੀ ਛੱਡ ਜਾਂਦੀਆਂ। ਰੱਬ ਨਾ ਕਰੇ, ਮਾਫ ਕਰਨਾ, ਬੱਚੇ ਉਹ ਵੀ ਪਲ ਜਾਂਦੇ ਨੇ। ਪਰ ਕਈਆਂ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ, ਪਰ ਉਹਨਾਂ ਬਜ਼ੁਰਗਾਂ ਦੀ ਵੀ ਪਰਵਿਸ਼ ਹੁੰਦੀ ਹੈ। ਇਉਂ ਕੋਈ ਕਿਸੇ ਦੇ ਮੂੰਹ 'ਚ ਨਹੀਂ ਪਾ ਰਿਹਾ, ਇਹ ਰੱਬ ਹੀ ਪਾ ਰਿਹਾ। ਮਹਾਰਾਜ ਭੇਜਦਾ ਵੀ ਫਲਾਣੇ ਨੂੰ ਜਾ ਕੇ ਖਵਾ ਕੇ ਆ। ਤੇ ਇਸ ਵਾਸਤੇ ਪ੍ਰਤੱਖ ਸਭ ਸੇਵਾਵਾਂ ਆਪਾਂ ਨਹੀਂ ਕਰ ਰਹੇ, ਮਹਾਰਾਜ ਸਾਡੀ ਕਰ ਰਹੇ ਨੇ। ਪਰ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੈ ਹੋ ਤੋ ਨਾਨਕ ਸੀਜੈ। ਇਹ ਨਿਰਗੁਣ ਯਾਰਾ ਕੁਛ ਵੀ ਇਸ ਗੱਲ ਨੂੰ ਨਹੀਂ ਸਮਝਦਾ। ਜੇ ਮਹਾਰਾਜ ਬਖਸ਼ ਲਏ ਤਾਂ ਹੀ ਸਮਝ ਸਕਦਾ। ਐਸਾ ਗੋਪਾਲ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ। ਗੋ ਇੰਦਰੀਆਂ ਦੀ ਪਾਲਣਾ ਵੀ ਉਹੀ ਕਰਦਾ ਹੈ। ਵਾਹਿਗੁਰੂ ਮੈਂ ਤੇਰਾ ਆਰਤਾ ਕਰਦਾ ਹਾਂ। ਜੋ ਜੀ ਜਿਹੜੇ ਪੁਰਖ ਤੁਹਾਡੀ ਪ੍ਰੇਮਾ ਭਗਤੀ ਕਰਦੇ ਹਨ, ਤੂੰ ਸਾਰੇ ਕੰਮਾਂ ਨੂੰ, ਕਾਰਜਾਂ ਨੂੰ ਸਵਾਰ ਦਿੰਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਦਾ ਯੱਗ ਸੰਪੂਰਨ ਕੀਤਾ, ਪੰਡਤਾਂ ਨੇ ਚਿੱਠੀਆਂ ਪਾ ਦਿੱਤੀਆਂ ਜੈਲਸੀ ਦੇ ਵਿੱਚ ਕਿ ਆਓ ਭਗਤ ਕਬੀਰ ਘਰ ਜੱਗ ਹੈ, ਝੂਠੀਆਂ ਹੀ। ਤੇ ਕਬੀਰ ਜੀ ਨੂੰ ਜਦ ਪਤਾ ਲੱਗਾ ਕਿ ਮੈਥੋਂ ਦਾ ਆਪਦੇ ਖਾਣ ਦੀ ਰੋਟੀ ਨਹੀਂ ਪੱਕਦੀ,
ਸਾਧੂਆਂ ਦੀਆਂ ਮੰਡਲੀਆਂ ਤੁਰੀਆਂ ਆਉਣ। ਕਬੀਰ ਜੀ ਨੇ ਸੋਚਿਆ ਵੀ ਆਪਾਂ ਘਰੋਂ ਹੀ ਨਿਕਲ ਚੱਲਦੇ ਹਾਂ, ਜਵਾਬ ਦੇਣਾ ਵੀ ਚੰਗਾ ਨਹੀਂ ਹੈ, ਤੇ ਪ੍ਰਸ਼ਾਦੀ ਦਾ ਪ੍ਰਬੰਧ ਕਿਵੇਂ ਕਰਾਂਗੇ। ਸਾਧੂਆਂ ਨੂੰ ਪੁੱਛਿਆ ਕਿੱਥੇ ਜਾ ਰਹੇ ਹੋ, ਕਹਿੰਦੇ ਤੁਹਾਨੂੰ ਨਹੀਂ ਪਤਾ, ਕਬੀਰ ਦੇ ਘਰ ਜੱਗ ਹੈ। ਤੋ ਭਗਤ ਕਬੀਰ ਸਾਹਿਬ ਜੀ ਇਕਾਂਤਵਾਸ ਹੋ ਕੇ ਬੰਦਗੀ ਦੇ ਵਿੱਚ ਜੁੜ ਗਏ। ਫਿਰ ਮਹਾਰਾਜ ਵਾਹਿਗੁਰੂ ਖੁਦ ਆਪ ਆਇਆ ਤੇ ਅੰਦਰੋਂ ਗਰਮ ਗਰਮ ਭੋਜਨ ਪਦਾਰਥ ਕੱਢ ਲਿਆਈ ਜਾਏ, ਵਰਤਾਈ ਜਾਏ, ਪਤਾ ਹੀ ਨਾ ਲੱਗੇ ਕਿ ਕਿੱਧਰੋਂ ਆ ਰਿਹਾ ਹੈ। ਇੱਕ ਦਿਨ ਨਹੀਂ, 2 ਦਿਨ ਨਹੀਂ, 3 ਦਿਨ ਨਹੀਂ, ਲਗਾਤਾਰ 7 ਦਿਨ ਸਾਧੂਆਂ ਦੀਆਂ ਮੰਡਲੀਆਂ ਕਾਸ਼ੀ ਦੇ ਵਿੱਚ ਕਬੀਰ ਜੀ ਦੇ ਘਰ ਰੱਖੀਆਂ। ਤਿੰਨੇ ਟਾਈਮ ਗਰਮ ਗਰਮ ਭੋਜਨ ਛਕਾਇਆ। ਤੇ ਜਦ ਉਹਨਾਂ ਦੀਆਂ ਬਾਹਾਂ ਖੜੀਆਂ ਹੋ ਗਈਆਂ, ਕਈ ਤਾਂ ਬਿਮਾਰ ਹੋ ਗਏ, ਹੱਥ ਬੰਨ੍ਹ ਕੇ ਛੁੱਟੀ, ਮਹਾਰਾਜ ਸਾਨੂੰ ਛੁੱਟੀ ਦਿਓ, ਕਿਉਂਕਿ ਇੱਕ ਦਿਨ ਆਪਾਂ 2 ਦਿਨ ਖਾ ਸਕਦੇ, ਤਲਿਆ ਭੋਜਨ ਰੋਜ਼ ਖਾਣ ਤੋਂ ਸਰੀਰ ਦੇ ਵਿੱਚ ਨੁਕਸ ਪੈ ਜਾਂਦਾ। ਫਿਰ ਤਿੰਨੇ ਟਾਈਮ ਦੇ ਬਹੁਤੇ ਤੋਂ ਬਹੁਤਾ ਪੇਟ ਭਰ ਕੇ ਖਾਣ ਨਾਲ ਤਾਂ ਫਿਰ ਚੜ੍ਹਦੀ ਕਲਾਈ ਹੋਣੀ ਆ। ਜਦੋਂ ਤਰਲੇ ਮਨ ਲੱਗੇ ਜੀ ਮਹਾਰਾਜ ਹੁਣ ਸਾਨੂੰ ਛੁੱਟੀ ਦਿਓ, ਮਹਾਰਾਜ ਕਹਿੰਦੇ ਨਹੀਂ ਭਾਈ, ਸੇਵਾ ਦਾ ਮੌਕਾ ਮਸਾਂ ਮਿਲਦਾ, ਆਪ ਜੀ ਰਹੋ। ਬੜੀ ਮੁਸ਼ਕਿਲ ਉਹਨੇ ਛੁੱਟੀ ਲਈ। ਉਹਨਾਂ ਦੇ ਗੱਡਿਆਂ ਦੇ ਪੂੜੇ ਕੀ, ਪੂੜੀਆਂ ਕੀ, ਖੀਰ ਕੀ, ਕੜਾਹ ਕੀ, ਜਲੇਬੀਆਂ ਕੀ, ਮਠਿਆਈਆਂ, ਜਿਹਨੂੰ ਪੱਕਾ ਭੋਜਨ ਕਹਿੰਦੇ, ਗੱਡਿਆਂ ਦੇ ਗੱਡੇ ਲੱਦ ਦਿੱਤੇ। ਜਿਸ ਵਕਤ ਧੰਨ ਕਬੀਰ ਕਰਦੇ ਹੋ ਕਾਸ਼ੀ ਦੇ ਵਿੱਚ ਵਿਚਰ ਰਹੇ ਸੀ, ਜਾ ਰਹੇ ਸੀ, ਕਬੀਰ ਜੀ ਕਹਿਣ ਲੱਗੇ ਭਾਈ ਤੁਸੀਂ ਕਬੀਰ ਕਿਉਂ ਕਹਿ ਰਹੇ ਹੋ। ਕਹਿੰਦੇ ਤੁਹਾਨੂੰ ਨਹੀਂ ਪਤਾ, ਕਬੀਰ ਨੇ ਬੜਾ ਮਹਾਨ ਯੱਗ ਕੀਤਾ, ਅੱਜ ਤੱਕ ਕੋਈ ਰਾਜਾ ਮਹਾਰਾਜਾ ਵੀ ਨਹੀਂ ਕਰ ਸਕਿਆ। ਜਿਹੜੇ ਜਾਣਦੇ ਸੀ, ਪਹਿਚਾਣਦੇ ਸੀ, ਉਹਨਾਂ ਵਧਾਈਆਂ ਦਿੱਤੀਆਂ, ਕਬੀਰ ਸਾਹਿਬ ਤੁਹਾਨੂੰ ਵਧਾਈ ਹੋਵੇ, ਤੁਸੀਂ ਜੱਗ ਕੀਤਾ। ਤਾਂ ਕਬੀਰ ਸਾਹਿਬ ਫਰਮਾਉਂਦੇ, ਕਬੀਰ ਨਾ ਹਮ ਕੀਆ ਨਾ ਕरेंगे, ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ ਕਿ ਜੋ ਕੁਝ ਕੀਤਾ ਹੈ ਸੋ ਵਾਹਿਗੁਰੂ ਨੇ ਆਪ ਕੀਤਾ ਹੈ। ਮੈਂ ਕੌਣ ਹਾਂ? ਕਬੀਰ ਫਾਰਸੀ ਦਾ ਅੱਖਰ ਹੈ। ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ। ਕਬੀਰ ਕਹਿੰਦੇ ਨੇ ਵੱਡੇ ਨੂੰ, ਤੇ ਵੱਡਾ ਕੌਣ ਹੈ? ਵਾਹਿਗੁਰੂ ਅਕਾਲ। ਹਰ ਜੇਠ ਜੁੜਨ ਦਾ ਲੋੜੀ ਹੈ, ਜੇਠ ਨਾਮ ਹੈ ਵੱਡੇ ਦਾ। ਜੇਠ ਕਹਿੰਦੇ ਨੇ ਪਰਮਾਤਮਾ ਨੂੰ, ਕਿ ਵੱਡਾ ਉਹੀ ਹੈ, ਉਹਦੇ ਨਾਲ ਜੁੜੋ ਭਾਈ। ਤੇ ਇਸ ਲਈ ਉਹ ਕਬੀਰ ਤਾਂ ਵਾਹਿਗੁਰੂ ਨੂੰ ਕਹਿੰਦੇ ਨੇ। ਮੈਂ ਤਾਂ ਐਵੇਂ ਨਾਮ ਦੀ ਹੰਗਤਾ ਰੱਖੀ ਹੋਈ ਹੈ। ਕਬੀਰ ਸਾਹਿਬ ਨੇ ਆਪਣੀ ਉਸਤਤੀ ਸਮਝ ਕੇ ਆਪਣੇ ਆਪ ਨੂੰ ਕਬੀਰ ਹੀ ਮੰਨਣਾ ਛੱਡਤਾ, ਆਖਿਆ ਵੀ ਕਬੀਰ ਤਾਂ ਵਾਹਿਗੁਰੂ ਦੀ ਉਸਤਤੀ ਹੋ ਰਹੀ ਹੈ। ਮਹਾਰਾਜ ਕਬੀਰ ਦਾ ਜੱਗ ਸੰਪੂਰਨ ਕੀਤਾ। ਭਗਤ ਨਾਮਦੇਵ ਜੀ ਦੀ ਛਪਰੀ ਬੰਨੀ। ਥੋੜੇ ਦਿਨ ਹੋਏ ਆਪਨੇ ਕਥਾ ਸਰਵਣ ਕੀਤੀ, ਤੇ ਉਹ ਸੋਰਠ ਰਾਗ ਦੀ ਭਗਤ ਬਾਣੀ ਦੇ ਵਿੱਚ ਸਾਰਾ ਬਚਨ ਆਉਂਦਾ ਹੈ। ਸ਼ਾਹੂਕਾਰਨੀ ਨੇ ਕਿਹਾ ਕਿ ਇਹ ਨਾਮਦੇਵ ਮੋਕੋ ਬੇਢੀ ਦੇਵ ਬਤਾਈ ਹੋ, ਮੈਨੂੰ ਮਿਸਤਰੀ ਦੀ ਦੱਸ ਪਾ ਦੇ। ਤੇ ਕਹਿੰਦੇ ਤੂੰ ਛਪਰੀ ਬਣਾਈ ਹੈ ਕਿਉਂ? ਭਗਤ ਨਾਮਦੇਵ ਜੀ ਕਹਿੰਦੇ ਭਾਈ ਬੇਢੀ ਹਮਰਾ ਪ੍ਰਾਣ ਆਧਾਰਾ, ਬੇਢੀ ਪ੍ਰੀਤ ਮਨਜੂਰੀ ਮੰਗੈ, ਜੇ ਕੋ ਸ਼ਾਨ ਸ਼ਵਾਵੈ ਹੋ, ਲੋਕ ਕਟੰਬ ਸਭੂ ਤੇ ਤੋਰੈ, ਤੂੰ ਆਪਣ ਬੇਢੀ ਆਵੈ ਹੋ। ਪਰਮਾਤਮਾ ਮਿਸਤਰੀ ਬਣ ਕੇ ਆਇਆ, ਛਪਰੀ ਬੰਨੀ। ਇਸ ਲਈ ਹੇ ਮਹਾਰਾਜ, ਪਹਿਲਾਂ ਮੈਂ ਵੀ ਆਪ ਜੀ ਤੋਂ ਸਾਧੂਆਂ ਦੀ ਟਹਿਲ ਲਈ ਛਕਣ ਵਾਸਤੇ ਕੁਝ ਪਦਾਰਥ ਮੰਗ ਲਵਾਂ, ਫਿਰ ਹੀ ਤੁਹਾਡਾ ਆਰਤਾ ਕਰਾਂਗਾ। ਇੰਝ ਭਗਤ ਉਹਨਾਂ ਨੇ ਪਿਆਰ ਦੀ ਬੋਲੀ ਵਿੱਚ ਮਹਾਰਾਜ ਨੂੰ ਬੇਨਤੀ ਕੀਤੀ। ਵੀ ਆਪ ਦਾ ਆਰਤਾ ਕਰਦਾ ਹੈ, ਉਹਨਾਂ ਦੇ ਕੰਮ ਆਪ ਜੀ ਖੁਦ ਆਪ ਸਵਾਰਦੇ ਹੋ। ਜਨ ਕੇ ਪੂਰਨ ਹੋਏ ਕਾਮ,
ਕਲੀ ਕਾਲ ਮਹਾ ਵਿਖਿਆ ਮੈਂ, ਲੱਜਾ ਰਾਖੀ ਰਾਮ। ਸੋ ਵਾਹਿਗੁਰੂ ਅਕਾਲ ਪੁਰਖ ਆਪਣੇ ਸੇਵਕਾਂ ਦੇ ਆਪ ਕਾਰਜ ਸਵਾਰਦਾ ਹੈ। ਗੌੜੀ ਮਹੱਲਾ ਪੰਜਵਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨਗੀ ਪੈਜ ਰਖੀ ਕਰਤਾਰੇ। ਆਪ ਉਹਨਾਂ ਦੇ ਕੰਮ ਖੁਦ ਆਪ ਸਵਾਰਦੇ ਹੋ। ਨਾਮ ਦੇ ਕੇ ਫਰਮਾਨ ਕਰਦੇ ਨੇ। ਜਦ ਭਗਤ ਜੀ ਨੇ ਕਿਹਾ ਮੈਂ ਕਿ ਤੁਹਾਡੇ ਕੋਲੋਂ ਕੁਝ ਮੰਗਦਾ, ਮਹਾਰਾਜ ਕਹਿੰਦੇ ਦੱਸ ਭਗਤ ਜੀ ਕੀ ਮੰਗਦਾ ਹੈ। हे परमेश्वर जी, मैं आप जी ਦੇ ਪਾਸੋਂ ਦਾਲ ਮੰਗਦਾ ਹੈ। ਸਿੱਧਾ ਰਸੋਈ ਵਿੱਚ ਪਕਾਉਣ ਵਾਲੀ ਸੁੱਕੀ ਰਸਤ ਮੰਗਦਾ ਹੈ, ਜਾਂ ਸਿੱਧਾ ਆਟਾ ਅਤੇ ਘੀ ਮੰਗਦਾ ਹੈ। ਮਹਾਰਾਜ ਕਹਿਣ ਲੱਗੇ ਕਿੰਨਾ ਕੁ ਮੰਗਦਾ ਹੈ। ਤਾਂ ਭਗਤ ਜੀ ਕਹਿਣ ਲੱਗੇ ਮੈਂ ਕਬੀਰ ਜੀ ਵਾਂਗ ਜਾਂ ਰਵਿਦਾਸ ਜੀ ਵਾਂਗ ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜਵਾਲੇ, ਅੱਧਾ ਸ਼ੇਰ ਪਾਈਆ ਇਤਿਆਦਿਕ ਗਿਣਤੀ ਮਿਣਤੀ ਦਾ ਨਹੀਂ ਮੰਗਾਂਗਾ। ਕਿਉਂਕਿ ਜੇ ਆਪਾਂ ਅੱਧਾ ਸ਼ੇਰ ਮੰਗ ਲਿਆ ਜਾਂ ਪਾਈਆ ਮੰਗ ਲਿਆ ਤੇ ਸਾਧੂ ਬਹੁਤੇ ਆ ਗਏ। ਰਿਸ਼ਤੇਦਾਰ ਤਾਂ ਦੱਸ ਕੇ ਆਉਂਦੇ ਨੇ, ਹੁਣ ਸਾਧ ਸੰਗਤ ਦਾ ਕੀ ਪਤਾ, ਅਭਿਆਗਤਾਂ ਦਾ ਕੀ ਪਤਾ ਕਿ ਕਿੰਨੀ ਗਿਣਤੀ ਦੇ ਹੋਣ। ਇਸ ਲਈ ਜਿੰਨਾ ਸਾਡਾ ਜੀ, ਜਿੰਨਾ ਸਾਡਾ ਚਿੱਤ ਖੁਸ਼ੀ ਕਰੇ, ਉਹਨਾਂ ਅਸੀਂ ਆਪਣੇ ਤੇ ਸਾਧੂਆਂ ਦੀ ਟਹਿਲ ਕਰਨ ਲਈ ਖੁੱਲ੍ਹਾ ਹੀ ਚਾਹੁੰਦੇ ਹਾਂ। ਰਾਜ ਆਪਣੇ ਸਾਧੂ ਸੰਤਾਂ ਨੂੰ ਬਖਸ਼ਦਾ ਵੀ ਖੁੱਲ੍ਹਾ ਹੈ। ਕੱਪੜਾ ਪਾ ਕੇ ਵਰਤਾਉਣ ਲੱਗ ਪੈਂਦੇ ਨੇ। ਉਹਨਾਂ ਦੇ ਹੱਥਾਂ ਵਿੱਚ ਇੰਨੀ ਬਰਕਤ ਹੈ ਕਿ ਚੀਜ਼ ਨਹੀਂ ਮੁੱਕਦੀ। ਮਹਾਰਾਜ ਆਈ ਗਈ ਮਹਾਤਮਾ ਦੇ ਚਰਨਾਂ ਦੇ ਵਿੱਚ ਪਹਿਨਣ ਲਈ ਜੁੱਤੀ ਵੀ ਮੰਗਦਾ। ਕਈਆਂ ਦੇ ਪੈਰੀਂ ਜੁੱਤੀ ਨਹੀਂ ਹੁੰਦੀ, ਜੁੱਤੀ ਵੀ ਲੈ ਕੇ ਦੇਣੀ ਪਊਗੀ। ਅਤੇ ਆਰਾਮ ਕਰਨ ਵਕਤ ਉੱਪਰ ਲੈਣ ਲਈ ਚੰਗਾ ਬਸਤਰ ਵੀ ਮੰਗਦਾ, ਮੇਰੇ ਲਈ ਵੀ ਅਤੇ ਆਏ ਗਏ ਸਾਧੂ ਮਹਾਤਮਾ ਵਾਸਤੇ ਵੀ, ਕਿਉਂਕਿ ਬਿਸਤਰਾ ਤਾਂ ਆਪ ਹੀ ਦੇਣਾ ਪਊਗਾ। ਜਾਂ ਮੇਰੇ ਲਈ ਜੁੱਤੀ ਅਤੇ ਕੱਪੜੇ ਦਾ ਪ੍ਰਬੰਧ ਕਰੋ ਮਹਾਰਾਜ। ਚੰਗਾ ਕੱਪੜਾ, ਐਸਾ ਨਾ ਹੋਵੇ ਜਿਹੜਾ ਪਾਉਂਦਿਆਂ ਹੀ ਫਟ ਜਾਵੇ। 7 ਵਾਰ ਜਾਂ 100 ਵਾਰ ਸਿਆੜ ਕੱਢ ਕੇ ਜ਼ਮੀਨ ਦੇ ਵਿੱਚੋਂ ਜਿਹੜਾ ਬੀਜਿਆ ਹੋਇਆ ਅਨਾਜ ਅੰਨ ਹੈ ਉਹ ਮੈਂ ਮੰਗਦਾ ਹਾਂ। ਇਹ ਅਨਾਜ ਐਸਾ ਲੇਸਦਾਰ ਮੰਨਿਆ ਜਾਂਦਾ ਹੈ ਕਿ ਜੇਕਰ ਗੁੱਝੇ ਆਟੇ ਵਿੱਚ ਕਾਂ ਆਪਣੀ ਚੁੰਝ ਭਰ ਲਵੇ ਤਾਂ ਉਹ ਕੱਢ ਨਹੀਂ ਸਕਦਾ, ਵਿੱਚ ਹੀ ਫਸ ਜਾਂਦਾ, ਉਹਦੀ ਚੁੰਝ ਵਿੱਚ ਹੀ ਫਸ ਜਾਂਦੀ। ਇਹੋ ਜਿਹਾ ਮੈਂ ਅਨਾਜ ਵਧੀਆ ਕਿਸਮ ਦਾ ਮੰਗਦਾ ਹਾਂ। ਐਸਾ ਨਾ ਹੋਵੇ ਕਿ ਕੀੜਾ ਸੁਸਰੀ ਪਹਿਲਾਂ ਹੀ ਲੱਗੀ ਹੋਵੇ, ਘੁਣ ਦੇ ਨਾਲ ਖਾਧਾ ਹੋਵੇ। ਮਾੜੀ ਚੀਜ਼ ਨਹੀਂ ਚਾਹੀਦੀ ਮਹਾਰਾਜ। ਗੁਰਦੁਆਰੇ ਤਾਂ ਸੰਗਤ ਵਾਸਤੇ 1 ਨੰਬਰ ਦੀ ਚੀਜ਼ ਚਾਹੀਦੀ ਹੈ। ਗਊ ਪਰ ਮੈਂ ਗਾਂ ਮੰਗਦਾ ਹਾਂ ਅਤੇ ਭੈਂਸ ਮੱਝ ਮੰਗਦਾ ਹਾਂ। ਕਿਉਂਕਿ ਕਈ ਮਹਾਤਮਾ ਨੂੰ ਗਾਂ ਦਾ ਦੁੱਧ ਚੰਗਾ ਲੱਗਦਾ, ਕਈਆਂ ਨੂੰ ਮੱਝ ਦਾ ਪਸੰਦ ਹੈ, ਕਈਆਂ ਨੂੰ ਮੱਝ ਦਾ ਪਚਦਾ ਨਹੀਂ ਅਤੇ ਉਹ ਹਲਕਾ ਜਾਣ ਕੇ ਗਾਂ ਦਾ ਛਕਦੇ ਨੇ। ਕਿਸ ਦਾ ਕੀ ਪਤਾ ਉਹ ਕਿਹੜੀ ਡਿਮਾਂਡ ਕਰ ਲੈਣੀ ਆ। ਇਸ ਲਈ ਮੰਗਦਾ ਵੀ ਦੋਵੇਂ ਲਵੇਰੀਆਂ ਦੁੱਧ ਦੇਣ ਵਾਲੀਆਂ। ਐਸਾ ਨਾ ਹੋਵੇ ਕੋਈ ਪੱਠੇ ਹੀ ਪਾਉਂਦੇ ਰਹੀਏ ਜਾਂ ਦੁੱਧ ਚੋਣ ਦਾ ਵੇਲਾ ਆਏ ਅਤੇ ਮਾਰ ਕੇ ਛੱਡ ਦੰਦ ਭੰਨ ਸੁੱਟਣ, ਦੁੱਧ ਦੇਣ ਹੀ ਨਾ। ਪੱਠੇ ਪਾਉਣ ਦਾ ਕੀ ਫਾਇਦਾ। ਲਵੇਰੀਆਂ ਚਾਹੀਦੀਆਂ ਜਿਹੜੀਆਂ ਦੁੱਧ ਦੇਣ ਵਾਲੀਆਂ ਹੋਣ। ਇੱਕ ਚੰਗੀ ਨਸਲ ਦੀ ਤਾਜਨ ਤੁਰਕਾਨ ਅਰਬੀ ਘੋੜੀ ਵੀ ਆਏ ਮਹਾਤਮਾ ਦੀ ਸੇਵਾ ਲਈ ਮੰਗਦਾ ਹੈ, ਜਾਂ ਆਪ ਦੀ ਸਹੂਲਤ ਵਾਸਤੇ, ਜਾਣ ਆਉਣ ਵਾਸਤੇ
ਮਹਾਰਾਜ ਘੋੜੀ ਮੰਗਦਾ ਹੈ। ਪੁਰਾਣਾ ਟਾਈਮ ਘੋੜਿਆਂ ਦਾ ਘੋੜੀਆਂ ਦਾ ਸੀਗਾ, ਅੱਜ ਕੱਲ੍ਹ ਕਾਰਾਂ ਦਾ ਹੈ, ਗੱਡੀਆਂ ਦਾ ਹੈ, ਮੋਟਰਾਂ ਦਾ ਹੈ। ਸੜਕ 'ਤੇ ਖੜੇ ਰਹੋ ਧੁੱਪੇ, ਆਉਂਦੇ ਜਾਂਦੇ ਵੇਖਦੇ ਲੰਘਦੇ ਜਾਂਦੇ ਨੇ। ਅੱਜ ਕੱਲ੍ਹ ਦਾ ਤਾਂ ਮੌਸਮ ਹੀ ਇਸ ਤਰ੍ਹਾਂ ਦਾ, ਕੋਈ ਲਿਫਟ ਨਹੀਂ ਦੇਵੇਗਾ। ਅਤੇ ਇਸ ਵਾਸਤੇ ਆਪਣਾ ਸਾਧਨ ਹੋਣਾ ਚਾਹੀਦਾ, ਆਵਾਜਾਈ ਦਾ, ਤਾਂ ਕਿ ਕਿਸੇ ਦੇ ਮੂੰਹ ਵੱਲ ਨਾ ਵੇਖਣਾ ਪਵੇ। ਇਹ ਮਹਾਰਾਜ ਮੈਂ ਤੁਹਾਡੇ ਤੋਂ ਮੰਗਦਾ, ਕਿਸੇ ਹੋਰ ਤੋਂ ਨਹੀਂ ਮੰਗਦਾ ਜੀ। ਚੰਗੇ ਜਦ ਇੰਨੇ ਪਦਾਰਥ ਘਰ ਦੇ ਵਿੱਚ ਜਮ੍ਹਾਂ ਹੋ ਜਾਂਦੇ ਨੇ, ਫਿਰ ਬੰਦੇ ਤਾਂ ਹਮੇਸ਼ਾ ਘਰ ਦੇ ਵਿੱਚ ਪਹਿਰਾ ਨਹੀਂ ਦੇ ਸਕਦੇ। ਇਹ ਤਾਂ ਬੀਬੀਆਂ ਇਸਤਰੀਆਂ ਦਾ ਕੰਮ ਹੁੰਦਾ। ਬੀਬੀਆਂ ਤੋਂ ਬਗੈਰ ਤਾਂ ਘਰ ਭਾਂ ਕਰਦਾ, ਕੋਈ ਸਫਾਈ ਕਰਨ ਵਾਲਾ ਨਹੀਂ, ਉਹ ਸੜਿਆਣ ਮਾਰਦਾ। ਅਤੇ ਇਸ ਵਾਸਤੇ ਇਹਨਾਂ ਚੀਜ਼ਾਂ ਨੂੰ ਸਾਂਭਣ ਵਾਸਤੇ ਸਫਾਈ ਕਰਕੇ ਹਵਾ ਲਵਾ ਕੇ ਸਭ ਚੀਜ਼ਾਂ ਥਾਂ ਟਿਕਾ ਕੇ ਰੱਖੀਏ, ਆਏ ਗਏ ਦਾ ਮਨ ਖੁਸ਼ ਹੋਵੇ। ਘਰ ਦੀ ਸੇਵਾ ਸੰਭਾਲ ਲਈ ਅਤੇ ਮਹਾਤਮਾ ਜਨਾਂ ਦਾ ਲੰਗਰ ਪਕਾਉਣ ਵਾਸਤੇ ਤਾਂ ਬੀਬੀਆਂ ਦੀ ਲੋੜ ਹੈ, ਜੋ ਚੰਗੇ ਸੁਭਾਅ ਵਾਲੀ, ਮਿੱਠੇ ਬੋਲਣ ਵਾਲੀ ਹੋਵੇ। ਐਸਾ ਨਾ ਹੋਵੇ ਕਿ ਘਰ ਦੇ ਵਿੱਚ ਪ੍ਰਾਹੁਣੇ ਆਏ ਹੋਣ, ਉੱਧਰ ਸੰਤ ਮਹਾਤਮਾ ਮੂੰਹ ਵੱਲ ਵੇਖਣ, ਨਿਆਣੇ ਭੁੱਖ ਨਾਲ ਵਿਲਕਦੇ ਹੋਣ ਅਤੇ ਉਹ ਫੜ ਕੇ ਡੰਡਾ ਅਤੇ ਨਿਆਣਿਆਂ ਦੇ ਮਗਰ ਭੱਜੀ ਫਿਰੇ, ਬੱਚਿਆਂ ਨਾਲ ਲੜਾਈ ਪਾ ਕੇ ਬੈਠ ਜਾਵੇ। ਫਿਰ ਉੱਥੇ ਰੋਟੀ ਖਾਣ ਨੂੰ ਕਿੱਥੇ ਜੀ ਕਰਨਾ, ਥਾਲੀ 'ਚ ਪਈ ਵੀ ਬੁਰਕੀ ਮੂੰਹ 'ਚ ਨਹੀਂ ਪਾਉਣ ਨੂੰ ਜੀ ਕਰਦਾ। ਲੜਾਈ ਵਾਲੇ ਘਰ ਖਾਧਾ ਥੋੜ੍ਹਾ ਜਾਂਦਾ ਹੈ। ਐਸੀ ਲੜਾਕੂ ਸੁਭਾਅ ਵਾਲੀ ਨਾ ਦੇਵੀ ਮਹਾਰਾਜ, ਇਹਦੇ ਨੂੰ ਤਾਂ ਆਪਾਂ ਕੁਆਰੇ ਹੀ ਚੰਗੇ ਆ। ਇਹ ਤਾਂ ਗੱਲ 'ਚ ਫਾਹ ਹੈ, ਪੁੱਤਰ ਕਲਤਰ ਗ੍ਰਸਤ ਕਾ ਫਾਸਾ, ਹੋਣ ਨਾ ਪਾਈਏ ਰਾਮ ਕੇ ਦਾਸਾ। ਗ੍ਰਸਤ ਪਰਿਵਾਰ ਦਾ ਕੀ ਫਾਇਦਾ ਜੇ ਸਾਧੂ ਸੰਤਾਂ ਦੀ ਸਿੰਘਾਂ ਦੀ ਸੇਵਾ ਹੀ ਨਹੀਂ ਹੋਈ। ਕਬੀਰ ਜਾ ਘਰ ਸਾਧ ਨਾ ਸੇਵੀਐ, ਉਸੇ ਵੇਲੇ ਉਹ ਚਾਦਰ ਲੈ ਕੇ ਲੰਮੇ ਪੈ ਗਈ। ਮੈਨੂੰ ਤਾਂ ਬੁਖਾਰ ਚੜ੍ਹਿਆ ਜੀ, ਮੇਰਾ ਤਾਂ ਸਰੀਰ ਦੁਖਦਾ ਜੀ, ਮੈਥੋਂ ਤਾਂ ਕੁਛ ਹੁੰਦਾ ਨਹੀਂ ਜੀ, ਝੂਠ ਹੀ ਬੋਲੀ ਜਾਣਾ। ਉੱਧਰੋਂ ਸਿੰਘ ਘਰ ਆਏ ਹੋਣ, ਮਹਾਤਮਾ ਦੀ ਸੇਵਾ ਕਰਨੀ ਹੋਏ, ਬੰਦਾ ਕੀ ਕਰੂਗਾ ਇਕੱਲਾ। ਅਤੇ ਇਸ ਵਾਸਤੇ ਜਿਹੜਾ ਮੱਥੇ ਤਿਉੜੀ ਪਾਏ ਉਹੋ ਜਿਹੀ ਘਰ ਵਾਲੀ ਨਹੀਂ ਸਾਨੂੰ ਚਾਹੀਦੀ, ਇਹਨੂੰ ਆਪਾਂ ਕੁਆਰੇ ਚੰਗੇ ਆ। ਹੇ ਮਹਾਰਾਜ, ਜੇ ਤੂੰ ਸਾਡਾ ਸੰਜੋਗ ਕਰਨਾ, ਸਾਡਾ ਵਿਆਹ ਕਰਨਾ ਹੈ ਤਾਂ ਸੇ ਸੰਜੋਗ ਕਰੋ ਮੇਰੇ ਪਿਆਰੇ, ਜੇ ਤਰਸਨਾ ਹਰ ਨਾਮ ਉਚਾਰੇ। ਸਾਡਾ ਉਹ ਸੰਜੋਗ ਮਿਲਾਈ ਜਿਹਦੇ ਨਾਲ ਅਸੀਂ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਦੀ ਮਦਦ ਨਾਲ ਸੇਵਾ ਕਰ ਸਕੀਏ, ਤੇਰਾ ਭਜਨ ਕਰ ਸਕੀਏ। ਬੱਚੇ ਤਾਂ ਕਾਂਚੜੀਆਂ ਵੀ ਪਾਲ ਲੈਂਦੇ ਨੇ, ਉਹ ਵੀ ਮੂੰਹ ਦੇ ਵਿੱਚ ਚੋਗਾ ਦਿੰਦੇ ਨੇ, ਪਰ ਜੇ ਸੇਵਾ ਨਹੀਂ ਹੋਈ ਫਿਰ ਫਾਇਦਾ ਕੀ ਹੈ। ਕਬੀਰ ਜਾ ਕਰ ਸਾਧ ਨਾ ਸੇਵੀਐ, ਜਿੱਥੋਂ ਸਾਧੂ ਹੀ ਭੁੱਖੇ ਚਲੇ ਜਾਣ, ਪਾਣੀ ਦਾ ਘੁੱਟ ਬਣਾ ਕੋਈ ਪਿਆਏ। ਜੇ ਪਾਣੀ ਮੰਗੋ ਤੇ ਅੱਗੋਂ ਪੱਥਰ ਮੱਥੇ 'ਚ ਵੱਜੇ, ਉਹ ਘਰ ਵਾਲੀ ਥੋੜ੍ਹਾ, ਤਾਂ ਸ਼ੇਰਨੀ ਲਿਆ ਕੇ ਬੰਨੀ ਹੋਈ ਆ। ਮਾਫ ਕਰਨਾ, ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਸ੍ਰੀ ਦਸਮ ਗ੍ਰੰਥ ਦੇ ਵਿੱਚ, ਕਹਿੰਦੇ ਪਾਣੀ ਕੇ ਮੰਗਤ ਪਾਥਰ ਮਾਰਤ, ਨਾ ਘਰ ਨਾ ਹਰਿਆਣੇ। ਉਹ ਘਰ ਵਾਲੀ ਥੋੜ੍ਹਾ ਲਿਆਂਦੀ, ਉਹ ਤਾਂ ਸ਼ੇਰਨੀ ਲਿਆਂਦੀ ਹੋਈ ਆ, ਜਿਹੜੀ ਬੱਚਿਆਂ ਨੂੰ ਵੱਢਣ ਖਾਣ ਨੂੰ ਪੈ ਰਹੀ ਆ। ਸਕੇ ਘਰ ਵਾਲੇ ਨੂੰ ਕਹਿੰਦੀ ਤੇਰੇ ਹੱਥ ਟੁੱਟੇ ਨੇ, ਤੈਨੂੰ ਦੇਖਦਾ ਨਹੀਂ, ਉਹ ਕੂਲਰ ਫਰਿੱਜ ਪਿਆ, ਆ ਫੜ ਕੇ ਪਾਣੀ ਪੀ ਲਾ। ਇਹਨਾਂ ਤੂੰ ਕੰਮ ਕਰਦਾ ਪਾਣੀ ਨਹੀਂ ਪੀ ਸਕਦਾ। ਮੈਂ ਸਵੇਰ ਦੀ ਖਪ ਰਹੀ ਹਾਂ, ਮੇਰਾ ਵੀ ਕੁਝ ਖਿਆਲ ਕਰੋ। ਤੂੰ ਟਾਈਮੋਂ ਬਟਾਈਮ ਵਸਤੂਆਂ ਮੰਗਦਾ ਹੈ, ਰਾਤ ਦੇ 12 ਵੱਜ ਗਏ, ਕਾਰੋਬਾਰ 'ਚ 100 ਵਾਧਾ ਘਾਟਾ ਹੋ ਜਾਂਦਾ। ਇਉਂ ਜੇ ਕਲੇ ਕਲੇਸ਼ੀ ਪਈ ਰੱਖਣਾ ਹੈ, ਇਹ ਉੱਥੇ ਸੌਣਾ ਕੀ, ਉੱਥੇ ਰਹਿਣਾ ਕੀ, ਉੱਥੇ ਬਹਿਣਾ ਕੀ, ਉਹ ਤਾਂ ਜਿਉਂਦਿਆਂ ਨਰਕ ਹੈ, ਮਰਿਆ ਤੋਂ ਬਾਅਦ ਤਾਂ ਕਿਨ ਵੇਖਿਆ। ਇਸ ਲਈ ਹੇ ਮਹਾਰਾਜ, ਕਬੀਰ ਜਾ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਏ, ਤੇ ਕਰਮ ਹਟ ਸਾਰ ਕੇ ਭੂਤ ਵਸੈ ਤਨ ਮਾਹੇ। ਉਹਨਾਂ ਘਰਾਂ ਦੇ ਵਿੱਚ ਗ੍ਰਸਤੀ ਨਹੀਂ ਬਲਕਿ ਭੂਤ ਨੇ ਰਹਿੰਦੇ ਨੇ। ਜਿਹੜੀ ਗੁਰਮੁਖ ਪਿਆਰੀ ਸਾਧ ਸੰਗਤ ਹੈ, ਉਹ ਬੱਚੇ ਵੀ ਪਾਲਦੇ ਨੇ, ਪਾਣੀ ਦਾ ਨਿਤਨੇਮ ਵੀ ਕਰਦੇ, ਘਰ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ, ਅਤੇ ਗੁਰਦੁਆਰੇ ਦੀਆਂ ਰੋਟੀਆਂ ਵੀ ਆ ਕੇ ਪਕਾਉਂਦੇ ਨੇ। ਜੇ ਘਰ ਦੇ ਨਹੀਂ ਖੁਸ਼, ਫਿਰ ਗੁਰੂ ਘਰ ਬੰਦੇ ਨੇ ਸੇਵਾ ਕੀ ਕਰਨੀ ਹੈ।
ਤੋ ਘਰ ਦਾ ਕੰਮ ਨਿਬੇੜ ਕੇ ਭੱਜ ਦੌੜ ਕੇ ਸੇਵਾ ਵੀ ਕਰ ਜਾਂਦੇ, ਫਿਰ ਬੱਚਿਆਂ ਦੀ ਸੰਭਾਲ ਦੇ ਵਿੱਚ ਚਲੇ ਜਾਂਦੇ। ਐਸੀ ਗੁਰਮੁਖਾਂ ਦੀ ਅਵਸਥਾ ਹੈ। ਤੇ ਬਾਕੀ ਮਨਮੁਖਾਂ ਦੀ ਤੇ ਕੀ ਕਹਿਣੇ, ਉਹਨਾਂ ਦੀ ਤਾਂ ਆਪਾਂ ਗੱਲ ਨਹੀਂ ਕਰਦੇ। ਮਹਾਰਾਜ ਇਹ ਸੱਚੇ ਪਾਤਸ਼ਾਹ ਇਹੋ ਜਿਹਾ ਸੰਜੋਗ ਮਿਲਾ, ਘਰ ਕੀ ਹਰਜੰਗੀ ਜੋ ਸਭੇ ਚੰਗੇ ਸੁਭਾਅ ਵਾਲੀ, ਸੋ ਘਰ ਗ੍ਰਸਤੀ ਵਾਲੀ ਔਰਤ ਹੋਵੇ ਜੀ। ਜਨ ਨਾਲ ਮੈਨੂੰ ਕੋਈ ਮਖੌਲ ਕਰੇ ਕਿ ਧੰਨਾ ਵੇਖੋ ਗੁਰਦੁਆਰੇ ਕੀ ਮੰਗ ਰਿਹਾ, ਇਹ ਘਰ ਵਾਲੀ ਦੀ ਡਿਮਾਂਡ ਕਰ ਰਿਹਾ ਹੈ, ਇਹ ਇਸਤਰੀ ਦੀ ਡਿਮਾਂਡ ਕਰ ਰਿਹਾ, ਜੋ ਮਰਜ਼ੀ ਕੋਈ ਕਹੇ। ਤੇ ਮੰਗਣ ਦੀ ਕਾਹਦੀ ਸ਼ਰਮ ਹੈ ਫਿਰ ਆਪਣੇ ਮਾਲਕ ਦੇ ਪਾਸੋਂ? ਜਾਂ ਵੇਖੋ ਇਹ ਆਟਾ ਮੰਗ ਰਿਹਾ, ਇਹ ਦਾਲ ਮੰਗ ਰਿਹਾ, ਘਿਓ ਮੰਗ ਰਿਹਾ। ਜੇ ਗੁਰਦੁਆਰੇ ਨਹੀਂ ਮੰਗਣਾ, ਕਈ ਕਹਿੰਦੇ ਆਖੇ ਜੀ ਉਹ ਗੁਰਦੁਆਰੇ ਦਾ ਲੈ ਗਿਆ ਜੀ, ਉਹ ਖਾ ਗਿਆ ਜੀ, ਉਹ ਚੋਰੀ ਜੀ, ਉਹ ਐਂ ਜੀ, ਉਹ ਜੀ। ਆਪਣੇ ਮਾਂ ਪਿਓ ਦੇ ਪਾਸੋਂ ਲੈਣ ਦਾ ਕੋਈ ਉਲਾਮਾ ਨਹੀਂ ਹੁੰਦਾ। ਤੋ ਸਭ ਕੁਝ ਪਰਮਾਤਮਾ ਦਾ ਦਿੱਤਾ ਹੈ, ਤਨ ਮਨ ਧਨ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਜ਼ਰੂਰੀ ਨਹੀਂ ਵੀ ਗੁਰੂ ਘਰ ਹੀ ਗੁਰੂ ਦਾ ਹੈ। ਜੋ ਸਾਡੇ ਘਰਾਂ ਦੇ ਵਿੱਚ ਅੰਨ ਦਾਣਾ, ਸਟੋਰਾਂ ਦੇ ਵਿੱਚ, ਰਸੋਈ ਵਿੱਚ ਭਰਿਆ ਪਿਆ, ਇਹ ਸਭ ਵਾਹਿਗੁਰੂ ਗੁਰੂ ਨਾਨਕ ਸਾਹਿਬ ਦਾ ਹੈ। ਘਰ ਦੇ ਵਿੱਚ ਵੀ ਉਹਦਾ, ਇੱਥੇ ਤਾਂ ਹੈ ਹੀ ਉਹਦਾ। ਜਿਹਨੇ ਵੀ ਇੱਥੋਂ ਦੀ ਮਾਇਆ ਹੀ ਗੁਰੂ ਜੀ ਦੀ ਹੈ, ਜੋ ਸਾਡੀ ਜੇਬ 'ਚ ਹੈ ਜਾਂ ਸਾਡੀ ਬੈਂਕ ਦੇ ਵਿੱਚ ਹੈ। ਆਪਾਂ ਕਿੱਥੋਂ ਲਿਆਂਦੀ? ਆਪਾਂ ਤਾਂ ਸਾਈਕਲ ਲੈਣ ਜੋਗੇ ਨਹੀਂ ਸੀਗੇ। ਉਹੀ ਬੰਦੇ ਜਿਹੜੇ ਰੂੜੀਆਂ ਤੁਰੇ ਫਿਰਦੇ, ਗਰਮੀਆਂ ਦੇ ਵਿੱਚ ਮੁੜਕੋ ਮੁੜਕੀ ਮਰ ਬੁਰੇ ਹਾਲ ਹੋਣੇ, ਤੇ ਕੱਪੜੇ ਗੰਦੇ ਮੰਦੇ। ਤੇ ਵੇਖੋ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਇਹਦੀਆਂ ਬਖਸ਼ਿਸ਼ਾਂ ਨੇ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪ ਤੋ ਚੌਂਕੁੰਟ ਮਨ। ਆਪਦੀ ਸੰਗਤ ਦੀ ਉਹ ਚੜ੍ਹਦੀ ਕਲਾ ਕਰਦਾ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਤੁਮ ਹਰ ਜਾਨੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨ ਬੂਸ਼ਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਹੈ, ਜਿਹਨੇ ਸੋਹਣੀਆਂ ਸੀਸ ਦੇ ਦਸਤਾਰਾਂ ਸਜਾਈਆਂ। ਬੋਝੀ ਭਾਵੇਂ ਰੁਪਈਆ ਪੱਲੇ ਕੱਖ ਨਾ ਹੋਵੇ, ਲੋਕ ਕਹਿੰਦੇ ਸਰਦਾਰ। ਮੈਂ ਪਾਕਿਸਤਾਨ ਗਿਆ ਤੇ ਇਮੀਗ੍ਰੇਸ਼ਨ ਵਾਲੇ ਪਾਕਿਸਤਾਨੀ ਕਹਿੰਦੇ ਆਓ ਛੋਟੇ ਸਰਦਾਰ ਜੀ, ਛੋਟੇ ਛੋਟੇ ਬੱਚਿਆਂ ਨੂੰ, ਕੋਈ 5ਵੀਂ 'ਚ, ਕੋਈ 6ਵੀਂ 'ਚ, ਕੋਈ 9ਵੀਂ 'ਚ, ਕੋਈ 8ਵੀਂ 'ਚ, ਨਿੱਕੇ ਨਿੱਕੇ ਨਿਆਣੇ। ਤੇ ਉਹਨਾਂ ਨੂੰ ਵੀ ਕਹਿਣਾ ਉਹ ਛੋਟੇ ਸਰਦਾਰ ਜੀ। ਕਿਉਂ? ਇਹ ਦਸਤਾਰਾਂ ਸਜਾਈਆਂ, ਗਾਤਰੇ ਕਿਰਪਾਨਾਂ ਪਾਈਆਂ ਹੋਈਆਂ। ਉਹ ਕਹਿੰਦੇ ਨੇ ਉਹ ਮੁੰਡਿਆ, ਉਹ ਕੁੜੀਏ, ਇਹ ਕੋ ਬੋਲੀ ਥੋੜੋ ਆ। ਤੇ ਇਸ ਵਾਸਤੇ ਭਜੰਗੀ ਸਿੰਘ ਸਰਦਾਰ ਜੀ, ਐਸੀ ਬੋਲੀ ਦੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਦੀ ਦਾਤ ਹੈ, ਮਹਾਰਾਜ ਦੀ ਬਖਸ਼ਿਸ਼ ਹੋਈ ਹੈ। ਤੇ ਇਸ ਲਈ ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਸਭ ਕੁਝ ਬਖਸ਼ਿਸ਼ ਕਰਦਾ ਹੈ। ਮਹਾਰਾਜ ਤੈਥੋਂ ਨਹੀਂ ਮੰਗਣਾ, ਹੋਰ ਕਿਹਦੇ ਤੋਂ ਮੰਗਣਾ ਹੈ? ਸਾਰੀ ਇੱਜ਼ਤ ਜਿੰਨਾ ਵੀ ਧਨ ਮਾਲ ਦੀਨ ਜਾਇਦਾਦ ਅਸੀਂ ਘਰੋਂ ਨਹੀਂ ਲੈ ਕੇ ਆਏ, ਜਾਂ ਜੰਮਦਿਆਂ ਨਹੀਂ ਸਭ ਕੁਝ ਮਿਲਿਆ, ਇਹ ਤੂੰ ਹੀ ਦਿੱਤਾ ਹੋਇਆ ਹੈ। ਤੇ ਤੇਰੀ ਕਿਰਪਾ ਦੇ ਨਾਲ ਹੀ ਸਭ ਕੁਝ ਹੋਇਆ ਹੈ। ਸੰਗਤ ਜੀਓ, ਇਹ ਪ੍ਰਤੱਖ ਅਰਥ ਸਨ। ਹੁਣ ਦੂਸਰੇ ਅਰਥ ਸਰਵਣ ਕਰੋ। ਹੇ ਗੋ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਜੀ, ਮੈਂ ਆਰਤ ਆ ਸਰਬ ਔਰ ਸੇ ਤੇਰੇ ਤੁਹਾਡੇ ਨਾਮ ਦੇ ਵਿੱਚ ਰਤਾ ਰੰਗਿਆ ਹੋਇਆ ਤੇਰੀ ਭਗਤੀ ਕਰਦਾ ਹਾਂ। ਜਾਂ ਹੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ, ਮੈਂ ਤੇਰਾ ਆਰਤ ਭਗਤ ਹਾਂ। ਜਿਹੜਾ ਆਰਤ ਭਗਤ ਹੈ ਉਹ ਦੁਖੀ ਹੋ ਕੇ ਘਰ ਛੱਡਦਾ, ਜਿਵੇਂ ਧਰੂ ਤੇ ਪ੍ਰਹਿਲਾਦ ਜੀ ਨੇ। ਵੇਖੋ ਕਿੰਨੇ ਦੁੱਖਾਂ ਦੇ ਵਿੱਚ, ਕਿੰਨੀ ਮਜਬੂਰੀ 'ਚ ਪ੍ਰਭੂ ਦਾ ਭਜਨ ਕੀਤਾ। ਇੱਕ ਗਿਆਨੀ ਭਗਤ ਹੁੰਦਾ ਹੈ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਵਰਗੇ, ਇਹ ਗਿਆਨੀ ਭਗਤ ਸਨ। ਤੋ ਇੱਕ ਪ੍ਰੇਮਾ ਭਗਤੀ ਵਾਲੇ ਭਾਈ ਨੰਦ ਲਾਲ ਜੀ, ਭਾਈ ਕਨਈਆ ਜੀ ਆਦਿਕ,
कि महाराज मैं तेरा आर्थ भगत हाँ, सर्ब ओर से तेरे नाम रंग रंगिया होया। जेता सुनना तेता नाम, जेता पेखण तेता ध्यान। अर्थार्थी भगत होंदे ने जो पदार्थ के मतलब प्रयोजन वास्ते भगती बंदगी करते हैं। मैं तेरा आर्थ भगत हाँ जी। ये वाहिगुरु ਜਿਹੜੇ ਗੁਰਮੁਖ ਜਨ ਤੇਰੀ ਪ੍ਰੇਮਾ ਭਗਤੀ ਕਰਦੇ ਹਨ। ਸਾਡੇ ਗ੍ਰਸਤੀਆਂ ਦੇ ਤਾਂ 100 ਕੰਮ ਨੇ, ਸੰਤਾਂ ਮਹਾਤਮਾ ਦਾ ਜਿਹਨਾਂ ਵਿਆਹ ਨਹੀਂ ਕਰਾਇਆ ਉਹਨਾਂ ਦੇ ਕਿਹੜੇ ਕੰਮ ਨੇ? ਸਾਧ ਸੰਗਤ ਜੀਓ, ਸੰਤਾਂ ਦਾ ਕੰਮ ਹੈ ਭਗਤੀ ਕਰਨੀ, ਵਿਕਾਰਾਂ ਤੋਂ ਬਚ ਕੇ ਰਹਿ ਕੇ ਤੇ ਪ੍ਰਭੂ ਦੀ ਪ੍ਰਾਪਤੀ ਕਰਨੀ ਸਭ ਤੋਂ ਵੱਡਾ ਕੰਮ ਹੈ। ਇਹ ਜਿੰਨੇ ਵੀ ਪਰਮਾਰਥ ਤੇ ਵਿਵਹਾਰਿਕ ਕੰਮ ਤੁਸੀਂ ਆਪ ਹੀ ਸੰਤਾਂ ਭਗਤਾਂ ਗ੍ਰਸਤੀਆਂ ਦੇ ਖੁਦ ਸਵਾਰਦੇ ਹੋ। ਇਸ ਕਰਕੇ ਮੇਰੇ ਵੀ ਪਰਮਾਰਥਕ ਤੇ ਵਿਵਹਾਰਿਕ ਕਾਰਜ ਸਵਾਰਨਾ ਕਰੋ ਜੀ। ਦੇ ਕਰ ਫਰਮਾਨ ਕਰਦੇ ਨੇ, ਮੈਂ ਆਪ ਜੀ ਦੇ ਪਾਸੋਂ ਦਵੈਤ ਦਾ ਦਲਨਾ ਮੰਗਦਾ ਹਾਂ। ਦੁਬਦਾ ਬੌਰੀ ਮਨ ਮੋਹ ਆਇਆ, ਝੂਠੇ ਲਾਲਚ ਜਨਮ ਗਵਾਇਆ, ਲਪਟ ਰਹੀ ਫਨਬੰਧ ਨਾ ਪਾਇਆ। ਜਾਂ ਮੇਰੇ ਹਿਰਦੇ ਅੰਦਰ ਦਵੈਤ ਦਲੀ ਜਾਵੇ, ਇਹੀ ਮੈਂ ਦਾਲ ਮੰਗਦਾ ਹਾਂ। ਤੇ ਮੰਗੋ ਕੀਓ ਚਿੱਤ ਨੂੰ ਸਨਮੁਖ ਰੱਖਣ ਰੂਪ सीधा मंगदा, ताकि चित आप जी के चरणों में जुड़िया रहे। होर विकारां दे फुरने ना फुरन, ऐसा मैं सीधा मंगदा। मन का सीधा होना मंगदा कि सीधा हो के मैं टेढ़ा ना जावां। मनमुखा मांग चलत कत टेढ़े टेढ़े टेढ़े, हस्त चरम बिष्टा के मुंदे दुर्गंध ही के भेडे। टेढ़ी पाग टेढ़े चले लागे वीरे खान, भाओ भगत सिंह काज न कछु है मेरो काम दीवान। मैं टेढ़पना ना करा, सीधा होके तेरी भगती तेरी बंदगी करता रहा जी। तो ऐसा मैं मन का सीधा होना सीधा मंगदा। फिर प्रेम का घ्यो मंगदा, क्योंकि प्रेम तो बगैर तो सब कुछ निष्फल है। प्रेम करे प्रभ पाइयत है, साच कहो सो लेहो सबै, जिन प्रेम गियो तिन ही प्रभ पायो। सो प्रेमा भगती मंगदा हाँ जी। हम साडा हिरदा साडा जी नित प्रति खुशी प्रसन्नता दे सहित भगती करदा रहे, तां इन्हां गुणां दी जरूरत है। अते वक्त मन आप जी दी पनाह भाव शरण दे विच प्यारे ते काम क्रोध आदि विकारां दा हिरदे विचों चंगी तरह कटना मंगदा है। ऐसे प्रकार हमेशा आप जी की पनाह मंगदा। मैं आप जी की शरण च प्यारा, आप जी की शरण पैन रूपी चंगा कपड़ा मंगदा है। ऐसे प्रकार कट्टन रूप चंगा वस्त्र मंगदा है। इस प्रकार शरण में पै के हर वक्त तुहाडी सिफत करनी, मन विकारां विच ना वरचे ते दुनिया के अंदर लज्जा रखनी, ये चंगा कपड़ा मंगदा है। महाराज वैराग का विवेक का कपड़ा बख्शो, सिफत शर्म का कपड़ा मांगो, हर गुण नानक रवत रहे, ताकि मैं हमेशा आप दे गुण गाउंदा रहा। वड्डियां दी शर्म रहे, ताकि मैं शर्म विराग दे विच रह के आप दी सिੱਖੀ कमा सकां, बंदगी कर सकां। क्योंकि जिन्हां नूं अपने वड्डियां संतां भगतां पीरां गुरुआं दा डर नहीं, वो बंदगी की करनगे। नानक जिन मन पाओ तिना मन पाओ। होर अज मैं ये गल एक होर मंगदा कि महाराज इस संगत दे विच सत सिक्का आप दे सच्चे नाम का ही सिक्का चले। या इस प्रकार आद
ਭਾਵ ਅਨਾਦਿ ਬ੍ਰਹਮ ਜੀ, ਮੈਂ ਤੇਰੇ ਸਰੂਪ ਦੇ ਵਿੱਚ ਅਭੇਦ ਹੋਣਾ ਮੰਗਦਾ ਤੇ ਦੁਨੀਆ ਦੇ ਵਿੱਚ ਸੱਚ ਦਾ ਹੀ ਸਿੱਕਾ ਚੱਲੇ, ਭਾਵ ਸੱਚ ਦਾ ਹੀ ਬੋਲ ਬਾਲਾ ਹੋਵੇ, ਕੂੜ ਦਾ ਰਾਜ ਨਾ ਹੋਵੇ। ਕਿਉਂਕਿ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ, ਤੋ ਇਉਂ ਸੱਚ ਦਾ ਧਰਮ ਦਾ ਰਾਜ ਹੋਵੇ। ਕਿਉਂਕਿ ਰਾਜ ਬਿਨਾ न ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਰਾਜ ਕਰੇਗਾ ਖਾਲਸਾ, ਆਕੀ ਰਹਿ ਨ ਗੋਏ। ਐਸਾ ਧਰਮ ਦਾ ਰਾਜ ਮੰਗਦਾ ਹਾਂ ਜੀ ਜਿਹਦੇ 'ਚ ਕੋਈ ਦੁਖੀ ਨਾ ਹੋਵੇ। ਇਸੇ ਪ੍ਰਕਾਰ ਅਨਾਦਿ ਬ੍ਰਹਮ ਜੀ, ਮੈਂ ਆਪ ਜੀ ਦੇ ਪਾਸੋਂ ਸਤ ਤੇ ਸੀਲ ਨਰਮ ਸੁਭਾਅ ਮੰਗਦਾ ਹਾਂ। ਇਸੇ ਪ੍ਰਕਾਰ ਸਰੂਪ ਪਰਮੇਸ਼ਰ ਅਨ ਹੋਰ ਅੱਜ ਇਸ ਮਨੁੱਖਾ ਜਨਮ ਦੇ ਵਿੱਚ ਮੈਂ ਇਹੀ ਦਾਤ ਮੰਗਦਾ ਕਿ ਹਰ ਵਕਤ ਆਪ ਜੀ ਦੇ ਦਰਸ਼ਨਾਂ ਦੀ ਹੀ ਸਿੱਖ ਭਾਵ ਸਾਡੇ ਮਨ ਵਿੱਚ ਇੱਛਾ ਲੱਗੀ ਰਹੇ। ਸ਼ਲੋਕ ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਮੋਹ ਅਨੰਦ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਐਸੀ ਸਾਡੇ ਮਨ ਵਿੱਚ ਮੇਰਾ ਮਨ ਲੋਚੈ, ਗੁਰ ਦਰਸ਼ਨ ਤਾਈ, ਬਿਲਵ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨ ਉਤਰੈ ਸਾਧ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋਲੀ ਜੀਓ ਕੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਐਸੀ ਪਿਆਸ ਐਸੀ ਤੇ ਅੱਠੇ ਪੈਰ ਸਾਡੇ ਮਨ ਵਿੱਚ ਲੱਗੀ ਰਹੇ ਜੀ। ਸੰਯੁਕਤ ਹੋ ਕੇ ਸੰਤੋਖ ਰੂਪ ਬੱਚੇ ਲਈ ਪ੍ਰੇਮ ਰੂਪ ਦੁੱਧ ਦੇਣ ਵਾਲੀ ਧੀਰਜ ਰੂਪ ਗਾਂ ਮੰਗਦਾ ਹਾਂ। ਜਾਂ ਭੈਸ ਡਰ ਦੇ ਸੰਯੁਕਤ ਹੋ ਕੇ ਆਪ ਜੀ ਨੂੰ ਹਰ ਵਕਤ ਹਾਜ਼ਰ ਨਾਜ਼ਰ ਜਾਣ ਕੇ ਜਸ ਨੂੰ ਗਾਉਣਾ ਮੰਗਦਾ ਹਾਂ ਕਿ ਮੈਂ ਗੋਣੀ ਗਾਉਂਦਾ ਰਹਾ। ਲਾ ਵੇਰੀ ਬਿਨਾਂ ਦੇਰੀ ਤੋਂ ਇਹ ਚੀਜ਼ਾਂ ਮੈਂ ਮੰਗਦਾ ਹਾਂ ਜੀ। ਮੇਰੀ ਜਿਹੜੀ ਬਿਰਤੀ ਹੈ ਲਾ ਦਿਓ ਆਪਦੇ ਨਾਮ 'ਚ, ਆਪਦੇ ਜਸ ਨੂੰ ਗੁਰਾਂ ਦੇ ਗਊ ਉਪਦੇਸ਼ ਦੁਆਰਾ ਮੈਂ ਹਮੇਸ਼ਾ ਗਾਉਂਦਾ ਰਹਾ। ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਸ ਗੱਲ ਹੀ ਦੇਰੀ ਨਾ ਲਾਓ, ਹੁਣੇ ਸਾਡੀ ਅਰਦਾਸ ਪ੍ਰਵਾਨ ਕਰੋ ਜੀ। ਤਾਂ ਤੇਰੇ ਜਾਨੋਂ ਜੀਵ ਇੱਕ ਦੀ ਏਕਤਾ ਪੈਦਾ ਕਰਨ ਵਾਲੀ ਚੰਗੀ ਤੋਂ ਚੰਗੀ ਤੁਰੀ ਅਵਸਥਾ ਰੂਪ ਸਤਵੀਂ ਭੂਮਿਕਾ ਰੂਪੀ ਘੋੜੀ ਚਾਹੀਦੀ ਹੈ, ਜਿਹਦੇ 'ਤੇ ਮੈਂ ਚੜ੍ਹ ਕੇ ਆਪ ਜੀ ਦੇ ਸਰੂਪ ਦੇ ਦਰਸ਼ਨ ਪਾ ਲਵਾਂ, ਸੱਚਖੰਡ ਮੰਜ਼ਿਲ 'ਤੇ ਪਹੁੰਚ ਜਾਵਾਂ ਜੀ। ਦੇ ਸਰੂਪ ਰੂਪੀ ਘਰ ਦੇ ਗ੍ਰਹਿਣ ਕਰਨ ਵਾਲੀ ਚੰਗੀ ਤੋਂ ਚੰਗੀ ਆਤਮਕਾਰ ਰੂਪ ਬਿਰਤੀ ਜਾਂ ਆਤਮ ਸ਼ੈਣੀ ਬੁੱਧ ਮੰਗਦਾ ਹੈ, ਜਿਸ ਕਰਕੇ ਆਪ ਜੀ ਦੇ ਸਰੂਪ ਦੀ ਸਖਿਆਤਤਾ ਹੋਵੇ। ਇਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਜਨ ਜੀ ਕਥਨ ਕਰਦੇ ਕਿਸ ਕਰਕੇ ਮੈਂ ਆਪ ਜੀ ਦਾ ਜਨ ਦਾਸ ਇਹ ਕੁਝ ਆਪ ਜੀ ਤੋਂ ਮੰਗ ਹੀ ਲੈਂਦਾ ਹੈ, ਕਿਉਂਕਿ ਇਹਨਾਂ ਗੁਣਾਂ ਤੋਂ ਬਗੈਰ ਆਪ ਜੀ ਦੀ ਭਗਤੀ ਨਹੀਂ ਹੋ ਸਕਦੀ। ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜੇਕਰ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁਟੀ, ਤਾਂ ਫਿਰ ਨਿਫਲ ਭਈ ਸਭ ਸੇਵਾ। ਕਾਮ ਦਾ ਫੁਰਨਾ ਨਹੀਂ ਗਿਆ, ਬਜਰ ਕਰਹਿਤਾ ਨਹੀਂ ਛੱਡੀਆਂ, ਕੀ ਫਾਇਦਾ ਬਾਣੀ ਪੜ੍ਹਨ ਦਾ, ਪਾਠ ਕਰਨ ਦਾ, ਪੂਜਾ ਕਰਨ ਦਾ, ਮਾਲਾ ਫੇਰਨ ਦਾ। ਤਾਂ ਹੀ ਫਾਇਦਾ ਜੇ ਬੰਦਾ ਥੋੜ੍ਹਾ ਬਹੁਤਾ ਮਰਜ਼ਾਦਾ ਚਲੇ। ਉਹਦਾ ਪਾਣੀ 'ਚ ਖੇਤੀ ਮਰ ਗਈ, ਉਹਦਾ ਕੋਈ ਇਲਾਜ ਨਹੀਂ। ਜੇ ਕ੍ਰੋਧ ਨਹੀਂ ਗਿਆ ਤਾਂ ਫਿਰ ਕੀ ਲਾਭ ਹੋਇਆ? 8 ਘੰਟੇ ਦੀ ਸ਼ਾਂਤੀ 5 ਮਿੰਟਾਂ 'ਚ ਕ੍ਰੋਧ ਕਰਕੇ ਲੜਾਈ ਕਰਨ ਤੋਂ ਸਮਾਪਤ ਕਰ ਲਈ, ਕੋਈ ਲਾਭ ਮਿਲਿਆ? ਕੁਛ ਨਹੀਂ ਮਿਲਿਆ। ਇਸ ਲਈ ਸੰਤਾਂ ਦੀ ਅਵਸਥਾ ਕਿ ਫਰੀਦਾ ਜੋਤੈ ਮਾਰਨ ਮੁਕੀਆਂ, ਤਿਨਾਂ ਨਾ ਮਾਰੇ ਘੁੰਮ, ਆਪਣਾ ਘਰ ਜਾਈਏ ਪੈਰ ਤਿਨਾਂ ਦੇ ਚੋਂ। ਬੰਦਾ ਬੰਦਗੀ ਕਰੂ ਜਿਹੜਾ ਲੜਾਈ ਹੋਈ ਝਗੜਾ ਹੀ ਹਮੇਸ਼ਾ ਕਲੇਸ਼ ਹੀ ਪਾਈ ਰੱਖਦਾ, ਆਪਦਾ ਮਨ ਦਾ ਟਿਕਾਣੇ ਨਹੀਂ, ਦੂਜੇ ਦਾ ਵੀ ਮਨ।
ਪਜਲ ਕਰ ਦਿੰਦਾ। ਕਈਆਂ ਦੇ ਮੱਥੇ ਤੇ ਲਿਖਿਆ ਹੁੰਦਾ 12, ਕਹਿਣ ਦਾ ਮਤਲਬ ਟੈਨਸ਼ਨ ਦਾ ਘਰ। ਤੋ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਲਾਲਚ ਨਹੀਂ ਛੱਡਿਆ, ਚੋਰੀ ਔਗਣ ਨਹੀਂ ਤਿਆਗਿਆ, ਹੱਥਾਂ ਦੇ ਹੱਥ ਮਾਰ ਕੇ ਖੋਹ ਖਿੰਝ ਨਹੀਂ ਛੱਡੀ, ਰਿਸ਼ਵਤ ਨਹੀਂ ਛੱਡੀ, ਛਲ ਫਰੇਬ ਕਰਕੇ ਬਹੁਤ ਪੰਜ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪਿਆਨ ਲੁਟਾਵੇ, ਔਗਣ ਨਹੀਂ ਛੱਡਿਆ। ਤੇ ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ। ਪਰਾਈ ਦੀ ਨਿੰਦਾ ਨਹੀਂ ਮੂੰਹ ਤੋਂ ਛੱਡੀ। ਫਲਾਣਾ ਮਾੜਾ ਫਲਾਣਾ ਚੰਗਾ। ਤੋ ਕਹਿੰਦੇ ਸੰਤ ਕਾ ਨਿੰਦ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸਕਾ ਪਤਨ ਹੋਏ। ਸੰਤਾਂ ਮਹਾਂਪੁਰਖਾਂ ਦੀ ਤਾਂ ਨਿੰਦਿਆ ਬਹੁਤ ਹੀ ਮਾੜੀ ਹੈ, ਹੈ ਤਾਂ ਕਿਸੇ ਦੀ ਵੀ ਚੰਗੀ ਨਹੀਂ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾ, ਨਰਕੇ ਕੋਰ ਪਵਨ। ਤੋ ਕਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਦਾ ਮੁਖ ਤੇ ਨਹੀਂ ਛੂਟੀ। ਨਿਫਲ ਭਈ ਸਭ ਸੇਵਾ, ਸਭ ਸੇਵਾ ਕੀਤੀ ਖੂਜ ਪੈ ਗਈ, ਨਿਸਫਲ ਚਲੀ ਗਈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉ ਕੁੰਜਰੇ ਸਨਾਨ। ਇਸ ਲਈ ਭਗਤੀ ਵਾਸਤੇ ਗੁਣਾਂ ਦੀ ਲੋੜ ਹੈ, ਤੇ ਉਹ ਗੁਣ ਮਹਾਰਾਜ ਦੇ ਚਰਨਾਂ 'ਚੋਂ ਮਿਲਦੇ ਨੇ, ਗੱਲਾਂ ਬਾਤਾਂ ਨਾਲ ਨਹੀਂ। ਕੋਈ ਆਪਣੇ ਆਪ ਚੰਗਾ ਨਹੀਂ ਬਣ ਸਕਦਾ। ਕਈ ਕਹਿੰਦੇ ਆਪਾਂ ਤਾਂ ਚੰਗੇ ਆ ਜੀ, ਸਾਨੂੰ ਅੰਮ੍ਰਿਤ ਦੀ ਲੋੜ ਨਹੀਂ। ਗੁਰੂ ਘਰ ਦੇ ਵਿੱਚੋਂ ਅੰਮ੍ਰਿਤ ਛਕ ਕੇ ਕਮਾਈ ਕਰਦੇ ਹਾਂ, ਅਰਦਾਸ ਬੇਨਤੀ ਕਰਕੇ ਇਹ ਮਹਾਰਾਜ ਦੀ ਬਖਸ਼ਿਸ਼, ਉਹਦੀ ਪ੍ਰਸੰਨ ਹੋਣ ਤੋਂ ਦਾਤਾਂ ਮਿਲਦੀਆਂ ਨੇ। ਇਸ ਲਈ ਭਗਤ ਧੰਨੇ ਦੀ ਤਰ੍ਹਾਂ ਇਹ ਕਾਹਦੀ ਸ਼ਰਮ ਹੈ? ਜਦ ਦੁਨੀਆ ਨਸ਼ੇ ਵਰਤਦੀ ਸ਼ਰਮ ਨਹੀਂ ਕਰਦੀ, ਤੇ ਸਾਨੂੰ ਅਰਦਾਸ ਕਰਦੇ ਹਾਂ ਕਾਹਦੀ ਸ਼ਰਮ ਹੈ? ਇਹ ਮਹਾਰਾਜ ਮੈਂ ਸਾਰਿਆਂ ਦੇ ਸਾਹਮਣੇ ਭਗਤੀ ਵਾਸਤੇ ਵਸਤੂਆਂ ਤੇਰੇ ਕੋਲੋਂ ਮੰਗੀ ਲਈਆਂ ਨੇ, ਕਿਉਂਕਿ ਗੁਣਾਂ ਤੋਂ ਬਗੈਰ ਆਪ ਦੀ ਬੰਦਗੀ ਨਹੀਂ ਹੋ ਸਕਦੀ, ਤੇ ਸਾਡੇ 'ਚ ਗੁਣ ਹੈ ਕੋਈ ਨਹੀਂ। ਕਿਰਪਾ ਕਰਕੇ ਸਾਨੂੰ ਬਖਸ਼ ਲੈ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਇੱਥੇ ਹੀ ਧਨਾਸਰੀ ਰਾਗ ਦੀ ਸੰਪੂਰਨਤਾ ਹੋਈ ਹੈ। ਭਗਤ ਧੰਨਾ ਜੀ ਦਾ ਸ਼ਬਦ ਸਮਾਪਤ ਹੋਇਆ। ਕੱਲ੍ਹ ਮੱਧਵਾਰਾ ਜਿਹੜਾ ਰਾਗ ਹੈ ਜੈਸਰੀ ਰਾਗ, ਉਹ ਪ੍ਰਾਰੰਭ ਹੋਵੇਗਾ। ਭੁੱਲਾਂ ਚੁੱਕਾਂ ਦਾਸ ਦੀਆਂ ਸਮਝ ਕੇ ਮਾਫ ਕਰਨੀਆਂ ਜੀ। ਉਪਦੇਸ਼ ਗੁਰੂ ਕਾ ਸਮਝ ਕੇ ਧਾਰਨ ਕਰਨਾ। ਘਰ ਜਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮਾਏ ਸਤਿਗੁਰੂ ਸਤਿਗੁਰ ਤਾਂ ਮਨ ਵਧੀਆਂ ਵਧੀਆਂ, ਰਤਨ ਬਾਰ ਬਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਤੇਰਾ ਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ